ਤੇ ਚਾਈਨਾ ਵਾਲੇ ਤਾਂ ਖੈਰ ਹੁਣ ਕਹਿੰਦੇ ਆ ਕਿ ਸਾਰੀ ਦੁਨੀਆ ਹੀ ਸਾਡੀ ਲੱਤ ਦੇ ਹੇਠੋਂ ਦੀ ਲੰਘੇ ਤੇ ਸਾਡਾ ਹੀ ਆ ਸਾਰਾ ਕੁਝ। ਗੁਆਂਢੀ ਮੁਲਕ ਹੈ, ਖਾਸ ਤੌਰ ਤੇ ਜਦੋਂ ਬਹੁਤ ਦੂਰ ਦਾ ਮੁਲਕ ਦਾ ਗੱਲ ਹੋ ਸੀ, ਬਿਲਕੁਲ ਗੁਆਂਢ 'ਚ ਆ, ਬਾਰਡਰ ਹੈ, ਤੇ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਚੀਨ ਦੇ ਨਾਲ ਗੱਲਬਾਤ ਹੀ ਇਸ ਮਸਲੇ ਦਾ ਹੱਲ ਹੈ। ਅਮਨ ਦਾ ਸ਼ਬਦ ਪੜ੍ਹੀ ਜਾਈਏ, ਉੱਥੇ ਬੈਠੇ ਜਗਰਾਤੇ ਕਰੀ ਜਾਈਏ ਕਿ ਸਾਨੂੰ ਅਮਨ ਚਾਹੀਦਾ ਤੇ ਸਾਨੂੰ ਸ਼ਾਂਤੀ ਚਾਹੀਦੀ ਹੈ, ਤੇ ਫਿਰ ਉਹ ਕਾਹਦਾ ਜੀਣਾ? ਇਹ ਵੀ ਤੇ ਗੱਲ ਹੈ ਨਾ। ਚੀਨ ਲਗਾਤਾਰ ਬੁੱਢਾ ਹੁੰਦਾ ਜਾ ਰਿਹਾ ਹੈ, ਭਾਰਤ ਉਹਦੇ ਮੁਕਾਬਲੇ ਜਵਾਨ ਮੁਲਕ ਹੈ, ਪਰ ਮਸਲਾ ਸਿਰਫ ਇੱਥੇ ਇਹ ਹੈ ਕਿ ਉਹ ਜਿਹੜਾ ਜਵਾਨ ਮੁਲਕ ਹੈ ਉਹ ਬੇਰੁਜ਼ਗਾਰ ਹੈ। ਤੱਥਾਂ ਸਹਿਤ ਸਹੀ ਅਤੇ ਸਟੀਕ ਵਿਸ਼ਲੇਸ਼ਣ ਪੇਸ਼ ਕਰਦਾ ਇਹ ਹੈ ਟੀਵੀ ਪੰਜਾਬੀ ਦੁਨੀਆ, ਆਪਣੀ ਬੋਲੀ ਆਪਣਾ ਮਾਣ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ ਪ੍ਰਾਈਮ ਟਾਈਮ ਸ਼ੋਅ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੋ ਗਏ ਜੀ। ਟੋਰਾਂਟੋ ਸਟੂਡੀਓ ਤੋਂ ਮੈਂ ਹਰਜੀਤ ਸਿੰਘ ਗਿੱਲ ਤੇ ਮੇਰੇ ਨਾਲ ਚੰਡੀਗੜ੍ਹ ਤੋਂ ਜੁੜ ਗਏ ਨੇ ਸੁਸ਼ੀਲ ਦਸਾਂਝ ਜੀ। ਹਰ ਰੋਜ਼ ਦੀ ਤਰ੍ਹਾਂ ਆਪਣੇ ਦਰਸ਼ਕਾਂ ਦੇ ਨਾਲ ਦਸਾਂਝ ਸਾਹਿਬ ਦਾ ਵੀ ਕਰਦੇ ਹਾਂ ਜੀ ਸਵਾਗਤ। ਜੀ ਆਇਆਂ ਨੂੰ ਦਸਾਂਝ ਸਾਹਿਬ। ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ ਜੀ ਹਰਜੀਤ ਗਿੱਲ ਜੀ, ਤੇ ਟੀਵੀ ਪੰਜਾਬੀ ਦੁਨੀਆ ਦੇ ਸਾਰੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਜੀ। ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ ਜੀ। ਦਸਾਂਝ ਸਾਹਿਬ, ਅਸੀਂ ਚਾਈਨਾ ਤੋਂ ਗੱਲ ਸ਼ੁਰੂ ਕਰੀਏ। ਮੈਨੂੰ ਲੱਗਦਾ ਸਭ ਤੋਂ ਪਹਿਲੀ ਗੱਲ ਇਹ ਕਿ 11 ਮਿਜ਼ਾਈਲਾਂ ਜਿਹੜੀਆਂ ਨੇ ਉਹ ਦਾਗੀਆਂ ਨੇ, ਤੇ ਕੱਲ ਪਰਸੋਂ ਦੀ ਖਬਰ ਆ ਰਹੀ ਸੀ ਕਿ ਜਿਹੜੇ ਨੈਂਸੀ ਪੈਲੋਸੀ ਸਪੀਕਰ ਨੇ ਉੱਥੋਂ ਦੀ ਸੰਸਦ ਦੇ, ਉਹ ਗਏ ਤੇ ਉਸ ਤੋਂ ਬਾਅਦ ਚਾਈਨਾ ਨੇ ਬਹੁਤ ਬੁਰਾ ਬਣਾਇਆ। ਆਪਾਂ ਪਰਸੋਂ ਦੀ ਖਬਰ ਵੀ ਡਿਸਕਸ ਕੀਤੀ ਸੀ। ਕਿਹਾ ਜਾ ਰਿਹਾ ਸੀ ਕਿ ਉਹ ਟਾਪੂ ਨੂੰ ਚਾਰੇ ਪਾਸਿਓਂ ਘੇਰਿਆ ਹੋਇਆ ਉਹਨਾਂ ਨੇ। ਹੁਣ ਖਬਰ ਇਹ ਆ ਰਹੀ ਹੈ ਕਿ ਉਹਦੀ ਜਿਹੜੀ ਆ ਉਹ ਆਪਣੇ ਚੱਲ ਰਹੀ ਹੈ ਜੀ ਕਿਤੇ ਨਾ ਕਿਤੇ ਐਕਸਰਸਾਈਜ਼ ਜਿਹੜੀ ਮਿਲਟਰੀ ਦੀ ਹੁੰਦੀ ਕੋਰੀਆ ਨਾਲ ਮਿਲ ਕੇ, ਤੇ ਇੱਕ ਕਿਸਮ ਦੀ ਡਰਾਉਣ ਦੀ ਕਾਰਵਾਈ ਤੇ ਹੈ ਕਿ 11 ਮਿਜ਼ਾਈਲਾਂ ਉਹਨਾਂ ਦੇ ਸਾਊਥ ਵਾਲੇ ਪਾਸੇ ਵੀ ਨਾਰਥ ਵਾਲੇ ਪਾਸੇ ਵੀ ਜਿਹੜੀਆਂ ਨੇ ਕੀਤੀਆਂ, ਤੇ ਨਾਲ ਦੀ ਨਾਲ ਜਿਹੜਾ ਤਾਈਵਾਨ ਆ ਉਹਨਾਂ ਦਾ ਰੱਖਿਆ ਮੰਤਰਾਲਾ, ਹਾਲਾਂਕਿ ਉਹ ਵਿਚਾਰੇ ਲੜਨ ਜੋਗੇ ਤੇ ਨਹੀਂ, ਬਹੁਤ ਛੋਟਾ ਮੁਲਕ ਆ। ਆਪਾਂ ਹਾਲ ਵੇਖਿਆ ਯੂਕਰੇਨ ਦਾ, ਤੇ ਉੱਥੇ ਉਹਨਾਂ ਨੇ ਕਿਹਾ ਕਿ ਇਹ ਜਿਹੜੀਆਂ ਮਿਜ਼ਾਈਲਾਂ ਨੇ ਇਹ ਚੀਨ ਪੀਪਲ ਲਿਬਰੇਸ਼ਨ ਆਰਮੀ ਵਾਲੇ ਵਰਤਦੇ ਆ, ਤੇ ਉਹਨਾਂ ਨੇ ਕਿਹਾ ਕਿ ਜਦੋਂ ਉਹਨਾਂ ਨੇ ਮਿਜ਼ਾਈਲਾਂ ਛੱਡੀਆਂ ਨੇ ਤੇ ਉਸ ਤੋਂ ਬਾਅਦ ਅਸੀਂ ਆਪਣਾ ਜਿਹੜਾ ਡਿਫੈਂਸ ਸਿਸਟਮ ਆ ਉਹਨੂੰ ਸਰਗਰਮ ਕਰ ਦਿੱਤਾ, ਉਹਨੂੰ ਅਸੀਂ ਅਲਰਟ ਕਰ ਦਿੱਤਾ। ਮੈਨੂੰ ਨਹੀਂ ਲੱਗਦਾ ਕਿ ਜੇ ਕੱਲ੍ਹ ਨੂੰ ਇਸ ਤਰ੍ਹਾਂ ਦੀ ਕੋਈ ਗੱਲ ਬਣੀ ਤੇ ਤਾਇਵਾਨ ਵਾਲੇ ਜਿਹੜੇ ਆ ਉਹ ਚਾਈਨਾ ਦਾ ਮੁਕਾਬਲਾ ਕਰ ਪਾਉਣਗੇ। ਜਿਹੜਾ ਬਾਕੀ ਸੰਸਾਰ ਹੈ ਉਹ ਮੂਕ ਦਰਸ਼ਕ ਹੈ, ਤੇ ਸ਼ਰਾਰਤ ਅਮਰੀਕਾ ਫੇਰ ਕਰ ਜਾਂਦਾ ਜਦੋਂ ਪਤਾ ਹੈ ਕਿ ਉਹ ਇਸ ਤਰ੍ਹਾਂ ਦੇ ਹਾਲਾਤ ਬਣ ਸਕਦੇ ਆ, ਤੇ ਇੱਕ ਛੋਟੇ ਜਿਹੇ ਮੁਲਕ ਨੂੰ ਕਿਉਂ ਬਲਦੀ ਦੇ ਬੁੱਥੇ ਦੇਣ ਲਈ ਇਸ ਤਰ੍ਹਾਂ ਦੀ ਗੱਲ ਕੀਤੀ ਜਾਂਦੀ ਆ। ਦੇਖੋ, ਚਾਈਨਾ ਨੇ ਆਲੇ ਦੁਆਲੇ ਉਹਨੂੰ ਘੇਰਿਆ ਹੋਇਆ। ਵੈਸੇ ਚਾਈਨਾ ਅਸਲ 'ਚ ਸਮਝਦਾ ਕਿ ਉਹ ਉਹਨਾਂ ਦਾ ਇੱਕ ਸਟੇਟ ਹੀ, ਇੱਕ ਸੂਬਾ ਹੀ ਆ ਤਾਈਵਾਨ, ਤੇ ਸ਼ੁਰੂ ਤੋਂ ਇਸ ਤਰ੍ਹਾਂ ਦਾ ਉਹਨੇ ਮਾਹੌਲ ਜਿਹੜਾ ਉੱਥੇ ਬਣਾਇਆ ਹੋਇਆ। ਤੇ ਤਾਈਵਾਨ ਆਪਣੇ ਆਪ ਨੂੰ ਇੱਕ ਸੁਤੰਤਰ ਮੁਲਕ ਦੇ ਤੌਰ ਦੇ ਉੱਤੇ ਤਸੱਵਰ ਕਰਦਾ, ਹਰੇਕ ਦਾ ਆਪੋ ਆਪਣਾ ਇਹ ਅਧਿਕਾਰ ਹੈ। ਪਰ ਇਹ ਵੀ ਜਦੋਂ ਇਸ ਤਰ੍ਹਾਂ ਦਾ ਮਾਹੌਲ ਬਣਦਾ ਤੇ ਇਹਦੇ 'ਚ ਸਮੂਥਲੀ ਜੇ ਸਾਰਾ ਕੁਝ ਚੱਲ ਰਿਹਾ ਹੁੰਦਾ ਹੈ, ਤੇ ਉਦੋਂ ਹੀ ਅਮਰੀਕਾ ਕੋਈ ਨਾ ਕੋਈ ਇਸ ਤਰ੍ਹਾਂ ਦੀ ਸ਼ਰਾਰਤ ਕਰ ਦਿੰਦਾ, ਜਿਹਦੇ ਕਰਕੇ ਜਿਹੜੀਆਂ ਸਿਚੁਏਸ਼ਨਸ ਜਿਹੜੀਆਂ ਉਹ ਖਰਾਬ ਹੋ ਜਾਂਦੀਆਂ। ਅਚਾਨਕ ਹੀ ਉਹ ਨੈਂਸੀ ਪ੍ਰੋਨਾਉਂਸ ਨਹੀਂ ਕਰ ਪਾ ਰਿਹਾ ਵੀ ਉਹਦਾ ਪੂਰਾ ਨਾਮ ਨੈਂਸੀ ਪੈਲੋਸੀ, ਜਿਹੜੇ ਨੈਂਸੀ ਪੈਲੋਸੀ, ਹਾਂਜੀ, ਉਹਨਾਂ ਦਾ ਚਲੇ ਜਾਣਾ ਤਾਈਵਾਨ, ਤੇ ਫਿਰ ਉੱਥੇ ਜਾ ਕੇ ਇਸ ਤਰ੍ਹਾਂ ਦੀਆਂ ਗੱਲਾਂ ਗੁੱਲਾਂ ਕਰਦੀਆਂ, ਤੇ ਉਹਦੇ ਨਾਲ ਫਿਰ ਮਾਹੌਲ ਜਿਹੜਾ ਅਚਾਨਕ ਹੀ ਟੈਨਸ਼ਨ ਵਾਲਾ ਬਣ ਗਿਆ। ਤੇ ਆਲੇ ਦੁਆਲੇ 6 ਥਾਵਾਂ ਦੇ ਉੱਤੇ ਉਹਨਾਂ ਨੇ ਯਾਨੀ ਸਮੁੰਦਰੀ ਰਸਤੇ ਤੇ ਹਵਾਈ ਰਸਤੇ ਤੋਂ ਹੁਣ 6 ਥਾਵਾਂ ਤੋਂ ਏਦਾਂ ਕੰਟਰੋਲ ਕਰ ਲਿਆ ਚਾਈਨਾ ਨੇ, ਜਿਹੜੀ ਚੀਨ ਦੀ ਪੀਪਲਜ਼ ਆਰਮੀ ਹੈ, ਬਈ ਨਾ ਤਾਂ ਕੋਈ ਸਮੁੰਦਰੀ ਰਸਤੇ ਤੇ ਨਾ ਹੀ ਕੋਈ ਹਵਾਈ ਰਸਤੇ ਆ ਜਾ ਸਕਦਾ ਤਾਈਵਾਨ ਨੂੰ। ਹੁਣ ਖਤਰਾ ਤਾਂ ਇਹ ਵੀ ਖੜਾ ਹੋ ਗਿਆ ਸੀ, ਕੋਈ ਨੈਂਸੀ ਨੂੰ ਵੀ ਰੋਕਿਆ ਜਾ ਸਕਦਾ ਸੀ, ਪਰ ਉਹ ਨਿਕਲ ਗਏ ਉੱਥੋਂ। ਤੇ ਚਾਈਨਾ ਨੇ ਇੱਕ ਕਿਸਮ ਦੀ ਧਮਕੀ ਵੀ ਦਿੱਤੀ ਹੈ ਇਸ ਮਸਲੇ ਦੇ ਉੱਤੇ ਵੀ ਤਾਈਵਾਨ ਦੇ ਨਾਲ ਸਾਡਾ ਜਿਹੜਾ ਰਿਲੇਸ਼ਨ ਹੈ ਬਿਲਕੁਲ ਵੱਖਰਾ ਆ, ਇੰਨੀ ਦੂਰੋਂ ਆ ਕੇ ਜੇ ਅਮਰੀਕਾ ਨੂੰ ਇਹਦੇ 'ਚ ਕੋਈ ਦਖਲ ਨਹੀਂ ਦੇਣਾ ਚਾਹੀਦਾ। ਜੇ ਕੱਲ੍ਹ ਨੂੰ ਕੋਈ ਏਦਾਂ ਦੀ ਗੱਲ ਵੀ ਬਣਦੀ ਆ, ਕੋਈ ਲੜਾਈ ਵਾਲੀ ਗੱਲ ਵੀ ਬਣਦੀ ਹੈ, ਤੇ ਅਮਰੀਕਾ ਕਿੰਨੀ ਕੁ ਮਦਦ ਕਰ ਸਕਦਾ ਤਾਈਵਾਨ ਦੀ? ਹਥਿਆਰਾਂ ਦੇ ਲੈਵਲ ਤੇ ਤਾਂ ਕਰ ਸਕਦਾ, ਹਥਿਆਰ ਤਾਂ ਪਹਿਲਾਂ ਵੀ ਉਹ ਸਪਲਾਈ ਕਰਦਾ ਰਿਹਾ। ਇਹ ਉਹਨਾਂ ਦੀ ਕਹਿ ਲਓ ਵੀ
ਹੈਗੀ ਆ ਅਮਰੀਕਾ ਦੀ ਵੀ ਮੰਡੀ ਹੈਗੀ ਆ ਤੇ ਉਹਦੇ 'ਚ ਹਥਿਆਰ ਆਪਣੇ ਉਹਨੇ ਵੇਚਣੇ ਆ, ਤੇ ਉਹ ਤਾਈਵਾਨ ਨੂੰ ਪਹਿਲਾਂ ਵੀ ਹਥਿਆਰ ਸਪਲਾਈ ਕਰਦਾ ਰਿਹਾ ਤੇ ਹਥਿਆਰ ਬਾਅਦ ਵਿੱਚ ਸਪਲਾਈ ਕਰ ਸਕਦਾ। ਤੇ ਜਦ ਅਮਰੀਕਾ ਦਾ ਕਹਿਣਾ ਇਹ ਆ ਵੀ ਜੇ ਚੀਨ ਤਾਈਵਾਨ ਦੇ ਉੱਤੇ ਹਮਲਾ ਕਰਦਾ ਤੇ ਅਸੀਂ ਤਾਈਵਾਨ ਦਾ ਸਾਥ ਦਿਆਂਗੇ। ਉਹ ਸਾਥ ਕਿੰਨਾ ਕੁ ਦਿੱਤਾ ਜਾ ਸਕਦਾ ਹੈ ਜਦੋਂ ਆ ਕੇ ਕਿੰਨੇ ਕਹਿ ਲਓ ਵੀ ਮਦਦ ਮੁਹੱਈਆ ਕਰਵਾਈ ਜਾ ਸਕਦੀ ਹੈ, ਆਪਾਂ ਨੂੰ ਪਤਾ ਤੇ ਚੀਨ ਤੋਂ ਤਾਂ ਤਾਈਵਾਨ ਬਹੁਤ ਹੀ ਮਤਲਬ ਨਾਲ ਹੀ ਆ ਟਾਪੂ। ਮੇਰੇ ਖਿਆਲ ਮੈਨੂੰ ਹੁਣ ਐਗਜ਼ੈਕਟ ਨਹੀਂ ਪਤਾ ਵੀ 100 ਕਿਲੋਮੀਟਰ ਤੇ ਦੂਰੀ ਤੇ ਹੀ ਆ ਮੇਰੇ ਖਿਆਲ ਉਹ ਜਿਹੜਾ ਚੀਨ ਤੋਂ ਟਾਪੂ ਜਿਹੜਾ ਤਾਈਵਾਨ ਹੈ। ਤੇ ਫਿਰ ਇਹ ਕਿਵੇਂ ਹੋ ਸਕਦਾ? ਸੋ ਅਲਟੀਮੇਟਲੀ ਮੈਂ ਸਮਝਦਾ ਹੈ ਕਿ ਚੀਨ ਨੂੰ ਵੀ ਥੋੜਾ ਜਿਹਾ ਤਹੱਮਲ ਨਾਲ ਕੰਮ ਲੈਣਾ ਚਾਹੀਦਾ ਹੈ ਤੇ ਤਾਈਵਾਨ ਨੂੰ ਆਪਣਾ ਜੇ ਉਹ ਸੂਬਾ ਸਮਝਦਾ ਜਾਂ ਸਟੇਟ ਸਮਝਦਾ, ਜੇ ਉਹ ਸੁਤੰਤਰ ਮੁਲਕ ਦੇ ਤੌਰ ਤੇ ਆਪਣੇ ਆਪ ਨੂੰ ਮਹਿਸੂਸ ਕਰਦਾ ਤਾਈਵਾਨ, ਤੇ ਉਹਦੀ ਸੁਤੰਤਰਤਾ ਉਸ ਰੂਪ ਦੇ ਵਿੱਚ ਰੱਖੀ ਜਾਣੀ ਚਾਹੀਦੀ ਹੈ। ਤੇ ਚੀਨ ਨੂੰ ਵੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਿ ਨਹੀਂ ਮੈਂ ਤਾਂ ਧੱਕੇ ਨਾਲ ਉੱਥੇ ਬੈਠਣਾ ਹੈ। ਪਰ ਇਹ ਵੀ ਜ਼ਰੂਰ ਹੈ ਕਿ ਅਮਰੀਕਾ ਨੂੰ ਵੀ ਉਹਦੇ 'ਚ ਇਸ ਤਰ੍ਹਾਂ ਦਾ ਦਖਲ ਨਹੀਂ ਦੇਣਾ ਚਾਹੀਦਾ ਕਿ ਚੀਨ ਜਿਹੜਾ ਆਪਣਾ ਇੱਕ ਕਿਸਮ ਦਾ ਅਧਿਕਾਰ ਸਮਝਦਾ ਤਾਈਵਾਨ ਦੇ ਉੱਤੇ, ਉਹਨੂੰ ਇਹ ਲੱਗੇ ਵੀ ਅਮਰੀਕਾ ਇੱਥੇ ਆ ਕੇ ਸਾਡੇ ਲਈ ਕੋਈ ਟਰਬਲ ਕ੍ਰੀਏਟ ਕਰ ਰਿਹਾ ਹੈ। ਕਿਉਂਕਿ ਅਮਰੀਕਾ ਦੀ ਕੋਸ਼ਿਸ਼ ਰਹਿੰਦੀ ਹੈ ਕਿ ਚੀਨ ਦੇ ਆਲੇ ਦੁਆਲੇ ਕੁਝ ਨਾ ਕੁਝ ਆਪਣੇ ਅੱਡੇ ਜਿਹੜੇ ਸਥਾਪਿਤ ਕੀਤੇ ਜਾਣ, ਕਿਉਂਕਿ ਚੀਨ ਨੂੰ ਆਪਣੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਵੱਡਾ ਖਤਰਾ ਸਮਝ ਰਿਹਾ ਅਮਰੀਕਾ। ਇਸ ਕਰਕੇ ਚਾਈਨਾ ਨੂੰ ਘੇਰਨ ਵਾਸਤੇ ਜਿਸ ਤਰ੍ਹਾਂ ਭਾਰਤ ਵਰਗੇ ਮੁਲਕ ਦੇ ਨਾਲ ਵੀ ਆਪਣੇ ਰਿਲੇਸ਼ਨ ਨੂੰ ਸੁਧਾਰ ਰਿਹਾ ਅਮਰੀਕਾ ਪਹਿਲਾਂ ਦੇ ਮੁਕਾਬਲੇ, ਬਾਕੀ ਨੇੜਲੇ ਮੁਲਕਾਂ ਦੇ ਵਿੱਚ ਵੀ ਉਹ ਕਿਤੇ ਨਾ ਕਿਤੇ ਬੈਠਾ ਰਹਿਣਾ ਚਾਹੁੰਦਾ ਹੈ। ਉਹਦੇ 'ਚ ਹੁਣ ਤਾਈਵਾਨ ਜਿਹੜਾ ਆ ਉਹਨੂੰ ਲੱਗਦਾ ਕਿ ਮੇਰੇ ਲਈ ਇੰਪੋਰਟੈਂਟ ਹੈ, ਪਰ ਉਹਨੂੰ ਇਹ ਨਹੀਂ ਪਤਾ ਕਿ ਇਹਦੇ ਨਾਲ ਹਾਲਾਤ ਜਿਹੜੇ ਆ ਹੋਰ ਵਿਗੜ ਜਾਣਗੇ ਤੇ ਅਮਰੀਕਾ ਵਾਸਤੇ ਮੁਸ਼ਕਲ ਸਥਿਤੀ ਪੈਦਾ ਹੋ ਸਕਦੀ। ਦਸਾਂਝ ਸਾਹਿਬ, ਆਪਾਂ ਨੂੰ ਪਤਾ ਕਿ ਚਾਈਨਾ, ਜਿੱਦਾਂ ਆਪਾਂ ਦਲਾਈ ਲਾਮਾ ਦਾ ਜ਼ਿਕਰ ਕਰਦੇ ਰਹਿੰਦੇ ਆ, ਤਿੱਬਤ ਦੇ ਮਸਲੇ ਦੀ ਗੱਲ ਹੁੰਦੀ ਆ, ਤੇ ਚਾਈਨਾ ਵਾਲੇ ਤਾਂ ਖੈਰ ਹੁਣ ਕਹਿੰਦੇ ਆ ਕਿ ਸਾਰੀ ਦੁਨੀਆ ਹੀ ਸਾਡੀ ਲੱਤ ਦੇ ਹੇਠੋਂ ਦੀ ਲੰਘੇ ਤੇ ਸਾਡਾ ਹੀ ਆ ਸਾਰਾ ਕੁਝ। ਜਿਹੜਾ ਦੱਖਣੀ ਸਾਗਰ ਆ ਉਹਦੇ ਵਿੱਚ ਵੀ ਉਹਨਾਂ ਦੀ ਮੋਨੋਪਲੀ ਆ ਤੇ ਉਹ ਕਿਸੇ ਮੁਲਕ ਨੂੰ ਉੱਥੋਂ ਖੰਘਣ ਨਹੀਂ ਦਿੰਦੇ। ਹਾਲਾਂਕਿ ਗੱਠਜੋੜ ਭਾਰਤ ਵਰਗੇ ਮੁਲਕ ਆਸਟ੍ਰੇਲੀਆ ਤੱਕ ਬਣਾਈ ਬੈਠੇ ਆ, ਪਰ ਉੱਥੇ ਭਾਰਤ ਦੀ ਇੱਕ ਨਹੀਂ ਚੱਲਦੀ। ਦੂਜੇ ਪਾਸੇ ਹੁਣ ਕਿਹਾ ਜਾ ਰਿਹਾ ਹੈ ਕਿ 62 ਦੀ ਲੜਾਈ 'ਚ ਅਸੀਂ 35,000 ਸਕੁਅਰ ਕਿਲੋਮੀਟਰ ਏਰੀਆ ਗਵਾ ਲਿਆ ਸੀ ਤੇ 2020 ਤੋਂ ਬਾਅਦ 9,000 ਹੁਣ ਹੋਰ ਸੁਣਨ 'ਚ ਆ ਰਿਹਾ, ਜਿਹਦੀਆਂ ਰਿਪੋਰਟਾਂ ਪੈਂਟਾਗਨ ਤੇ ਦੇ ਰਿਹਾ। ਪਰ ਜਿਹੜੀ 56 ਇੰਚ ਦੀ ਛਾਤੀ ਵਾਲੇ ਸਾਡੇ ਪ੍ਰਧਾਨ ਮੰਤਰੀ ਆ, ਉਹਨਾਂ ਦੇ ਮੂੰਹ ਕਦੀ ਸ਼ਬਦ ਨਹੀਂ ਨਿਕਲਿਆ ਕਿ ਸਾਡਾ 1 ਇੰਚ ਧਰਤੀ ਵੀ ਜਿਹੜੀ ਆ ਉਹ ਚਾਈਨਾ ਨੇ ਨੱਪ ਲਈ ਆ ਨਵੇਂ ਸਿਰੇ ਤੋਂ ਹੋਰ। ਤੇ ਦੂਜੇ ਪਾਸੇ ਸਾਡੇ ਜਰਨੈਲ ਵੀ ਵਿਚਾਰੇ ਅੱਜ ਕੱਲ੍ਹ ਪੋਲੀਟੀਕਲ ਬਿਆਨ ਦੇਣ ਵਾਲਾ ਪਾਸੇ ਆ ਗਏ ਆ ਕਿ ਮਤਲਬ ਭਾਰਤ ਆਪਣੀ ਕਮਜ਼ੋਰੀ ਦਿਖਾ ਰਿਹਾ। ਦੂਜਾ ਪੱਖ ਆ ਕਿ ਜੇ ਭਾਰਤ ਕੋਈ ਪਹਿਲ ਕਦਮੀ ਕਰਦਾ ਤੇ ਅਮਰੀਕਾ ਦੇ ਟਰੈਪ 'ਚ ਫਸ ਜਾਂਦਾ, ਕੋਈ ਉਹਨਾਂ ਨਾਲ ਸਿੱਧਾ ਪੰਗਾ ਲੈਂਦਾ ਤੇ ਬੜਾ ਭਾਰੀ ਨੁਕਸਾਨ ਦਾ ਜਿਹੜਾ ਉਹ ਆਦੇਸ਼ ਆ ਬਣਿਆ ਰਹਿੰਦਾ ਭਾਰਤ ਦੇ ਉੱਤੇ। ਭਾਰਤ ਦੀ ਜਿਹੜੀ ਪਾਲਿਸੀ ਆ ਉਹ ਕੀ ਹੋਵੇ ਇਸ ਮਾਮਲੇ ਨੂੰ ਲੈ ਕੇ? ਨਾ ਤੇ ਧਰਤੀ ਛੱਡੀ ਜਾ ਸਕਦੀ ਆ, ਵੈਸੇ ਤਾਂ ਅਸੀਂ ਬਸ਼ਰਮਾ ਵਾਂਗੂ ਛੱਡ ਹੀ ਰਹੇ ਹਾਂ ਤੇ ਨਾਲੇ ਚੁੱਪ ਵੀ ਕੀਤੇ ਆ, ਕਹਿੰਦੇ ਆ ਕਿ ਅਸੀਂ ਬੜੀ ਬਹਾਦਰ ਹਾਂ, ਲੜਨ ਨੂੰ ਤਿਆਰ ਹਾਂ। ਅਜੇ ਪਰਸੋਂ ਚੌਥ ਹੀ ਆਪਾਂ ਡਿਸਕਸ ਕੀਤਾ ਸੀਗਾ ਕਿ ਅਜੇ ਤੱਕ ਅਸੀਂ ਉਹ ਡਿਟੇਲ ਨਹੀਂ ਲੋਕਾਂ ਤੱਕ ਦੱਸੀ ਕਿ ਸਾਡੇ ਫੌਜੀ ਮਰੇ ਕਿੰਨੇ ਸੀ। 20 ਦੀ ਇੱਕ ਗਿਣਤੀ ਮਾੜੀ ਮੋਟੀ ਜੀ ਆਈ ਸੀਗੀ ਤੇ ਉਹ BBC ਨੇ ਸਵਾਲ ਪਾਇਆ ਸੀ ਵੀ ਦੱਸੋ ਤਾਂ ਸਹੀ ਵੀ ਕਿੰਨੇ ਕੁ ਮਰ ਗਏ ਜਾਂ ਕੀ ਹੋਇਆ। ਕਹਿੰਦੇ ਜੀ ਨਹੀਂ, ਇਹ ਸਰ ਆਰਮੀ ਦਾ ਮਸਲਾ, ਉਹਨਾਂ ਨੂੰ ਹੀ ਪਤਾ, ਉਹਨਾਂ ਦੀ ਕੋਲ ਹੀ ਆ, ਸਾਨੂੰ ਤਾਂ ਆਪ ਨਹੀਂ ਪਤਾ। ਸਰਕਾਰ ਜਿਹੜੀ ਆ ਇਹਨੂੰ ਪਤਾ ਹੀ ਕੁਝ ਨਹੀਂ ਹੁੰਦਾ ਵੀ ਕੀ ਹੋ ਰਿਹਾ। ਜੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਲੱਗਿਆ ਕਿ 9,000 ਵਰਗ ਕਿਲੋਮੀਟਰ ਹੋਰ ਜਗ੍ਹਾ ਸਾਡੀ ਖੁੱਸ ਰਹੀ ਆ, ਉੱਥੇ ਪੱਕੇ ਟਿਕਾਣੇ ਬਣ ਰਹੇ ਆ, ਪਿੰਡ ਵਸ ਰਹੇ ਆ, ਪੈਂਟਾਗਨ ਕਹਿ ਰਿਹਾ ਆ, ਉੱਥੋਂ ਦੀਆਂ ਖੁਫੀਆ ਏਜੰਸੀਆਂ ਕਹਿ ਰਹੀਆਂ ਅਮਰੀਕਾ ਦੀਆਂ। ਕਈ ਵਾਰ ਤਾਂ ਲੱਗਦਾ ਉਹ ਭਾਰਤ ਨੂੰ ਪ੍ਰਵੋਕ ਕਰਨ ਲਈ ਕਰ ਰਹੇ ਆ ਤੇ ਉਹਦੇ ਟਰੈਪ 'ਚ ਨਾ ਫਸ ਜਾਈਏ ਕਿਤੇ। ਤੇ ਦੂਜੇ ਪਾਸੇ ਇਹ ਵੀ ਲੱਗਦਾ ਹੈ ਕਿ ਇੱਦਾਂ ਫਿਰ ਜੇ ਆਪਾਂ ਬੇਸ਼ਰਮਾ ਵਾਂਗੂ ਜੀਂਦੇ ਗਏ ਤੇ ਫਿਰ ਕਾਹਦਾ ਜੀਣਾ ਹੋਇਆ ਜੀ। ਗੁਆਂਢੀ ਨਾਲ ਜਾਂ ਤਾਂ ਸੰਬੰਧ ਸੁਧਾਰ ਲਈਏ, ਇੱਕ ਵਾਰੀ ਬਹਿ ਕੇ ਲੈ ਦੇ ਕਰ ਲਈਏ, ਬਾਰਡਰ ਦੀ ਮੰਨ ਲਈਏ ਉਹਦੀ ਗੱਲ, ਮੈਕਮੋਨ ਲਾਈਨ ਵਾਲਾ ਖੜਾ ਛੱਡੀਏ, ਨਵੇਂ ਸਿਰੇ ਤੋਂ ਬਾਰਡਰ ਨਿਰਧਾਰਿਤ ਕਰ ਲਈਏ। ਮਸਲੇ ਦੇ ਤਾਂ ਹੱਲ ਹੁੰਦੇ ਆ ਨਾ। ਤੇ ਜਾਂ ਫਿਰ ਆਪਾਂ ਜਿਹੜਾ ਵਾ ਉਹਦਾ ਮੁਕਾਬਲਾ ਕਰੀਏ। ਆਪਾਂ ਬਹੁਤ ਫਸੇ ਜੇ ਨਹੀਂ ਪਏ ਲੱਗਦੇ। ਦੇਖੋ, ਜਿਹੜਾ ਮੁਕਾਬਲਾ ਕਰਨ ਦੀ ਗੱਲ ਹੈ ਜਾਂ ਲੜਾਈ ਦੀ ਗੱਲ ਹੈ, ਉਹਦੇ 'ਚ ਤਾਂ ਕਿਸੇ ਨੂੰ ਕੁਝ ਲੱਭਾ ਨਹੀਂ। ਆਪਾਂ ਨੂੰ ਇਸ ਗੱਲ ਦਾ ਪਤਾ ਨਾ ਹੀ ਲੱਭਣਾ ਹੈ। ਨੁਕਸਾਨ ਹੀ ਨੁਕਸਾਨ ਹੈ, ਦੋਵਾਂ ਪਾਸਿਆਂ ਦੇ ਨੁਕਸਾਨ ਹੈ। ਰੂਸ ਤੇ ਯੂਕਰੇਨ ਦੀ ਲੜਾਈ ਦੇ ਵਿੱਚ ਯੂਕਰੇਨ ਦੀ ਬਹੁਤ ਵੱਡੇ ਪੱਧਰ ਤੇ ਤਬਾਹੀ ਮਚੀ ਹੈ
ਤਾਂ ਰੂਸ ਦਾ ਕਿਹੜਾ ਘੱਟ ਨੁਕਸਾਨ ਹੋਇਆ। ਤੇ ਕੱਲ ਨੂੰ ਆਪਣੇ ਹੀ ਇੱਥੇ ਕੋਈ ਇਸ ਤਰ੍ਹਾਂ ਦੀ ਸਥਿਤੀ ਬਣਦੀ ਹੈ ਤਾਂ ਭਾਰਤ ਦਾ ਜ਼ਿਆਦਾ ਨੁਕਸਾਨ ਹੋਏਗਾ ਤੇ ਨੁਕਸਾਨ ਤਾਂ ਚੀਨ ਦਾ ਵੀ ਹੋਏਗਾ ਲਾਜ਼ਮੀ ਤੌਰ ਤੇ ਉੱਤੇ। ਇਹ ਥੋੜ੍ਹਾ ਵੀ ਉਹਦਾ ਕੋਈ ਨੁਕਸਾਨ ਹੀ ਨਹੀਂ। ਇਸ ਗੱਲ ਨੂੰ ਤਾਂ ਘੱਟੋ ਘੱਟ ਅੱਜ ਦੇ ਵਰਤਮਾਨ ਸਮੇਂ ਦੇ ਵਿੱਚ ਚੀਨ ਸਮਝਦਾ ਹੈ ਤੇ ਭਾਰਤ ਵੀ ਸਮਝਦਾ ਹੈ। ਇੱਕ ਗੱਲ ਤੁਹਾਡੀ ਕਾਫੀ ਹੱਦ ਤੱਕ ਇਹ ਦਰੁਸਤ ਹੈ ਕਿ ਉਦਾਂ ਤਾਂ ਠੀਕ ਹੈ ਕਿ ਸਾਡੇ ਕੁਝ ਇਲਾਕੇ ਜਿਹੜੇ ਹੈ ਉਹਦੇ ਚੰਦਰ ਤੱਕ ਚਾਈਨਾ ਜਿਹੜਾ ਆ ਗਿਆ ਹੈ ਤੇ ਭਾਰਤ ਨੂੰ ਇਸ ਗੱਲ ਦਾ ਪਤਾ ਹੈ, ਪਰ ਪੈਂਟਾਗਨ ਵੱਲੋਂ ਜਿਹੜਾ ਉਹ ਇਸ ਤਰ੍ਹਾਂ ਜਨਤਕ ਤੌਰ ਦੇ ਉੱਤੇ ਏਦਾਂ ਬਾਰ-ਬਾਰ ਇਹ ਗੱਲਾਂ ਜਿਹੜੀਆਂ ਪੇਸ਼ ਕਰਨੀਆਂ, ਉਹ ਸਿੱਧੇ ਤੌਰ ਦੇ ਉੱਤੇ ਇਹ ਲੱਗਦਾ ਹੈ ਕਿ ਸ਼ਾਇਦ ਜਿਹੜੀ ਉਹਦੀ ਨੀਤੀ ਹੈ ਕਿ ਅਮਰੀਕਾ ਹਰੇਕ ਵਾਰ ਕਿਸੇ ਨਾ ਕਿਸੇ ਮੁਲਕ ਨੂੰ ਜਿਹੜਾ ਆ ਉਹ ਫਸਾਉਂਦਾ ਆ। ਯੂਕਰੇਨ ਨੂੰ ਉਧਰ ਰੂਸ ਦੇ ਨਾਲ ਲੜਾ ਦਿੱਤਾ ਹੈ ਤੇ ਉੱਥੇ ਉਹਦੀ ਕੋਸ਼ਿਸ਼ ਰਹੀ ਹੈ ਕਿ ਯੂਕਰੇਨ ਇਸੇ ਤਰੀਕੇ ਦੇ ਨਾਲ ਬਿਹੇਵ ਕਰੇ ਜਿਵੇਂ ਕਰ ਰਿਹਾ, ਤੇ ਇੱਥੇ ਹੁਣ ਭਾਰਤ ਵਰਗੇ ਮੁਲਕ ਨੂੰ ਜਾਂ ਉਧਰ ਤਾਈਵਾਨ ਦਾ ਆਪਾਂ ਜ਼ਿਕਰ ਕੀਤਾ, ਉਹਨਾਂ ਨੂੰ ਉਂਗਲ ਦੇ ਕੇ ਮਤਲਬ ਇਸ ਤਰ੍ਹਾਂ ਪ੍ਰਵੋਕ ਕਰਕੇ ਕੋਈ ਨਾ ਕੋਈ ਮਾਹੌਲ ਇੱਦਾਂ ਦਾ ਕ੍ਰੀਏਟ ਕਰੇ ਜੀ ਅਮਰੀਕਾ ਜਿਹੜਾ ਉਹਨੂੰ ਸੂਟ ਕਰਦਾ ਹੋਵੇ। ਇਹਦੇ ਤੋਂ ਤਾਂ ਫਿਰ ਹੁਣ ਭਾਰਤ ਨੂੰ ਜਿਹੜਾ ਲਾਜ਼ਮੀ ਤੌਰ ਦੇ ਉੱਤੇ ਬਚਣਾ ਚਾਹੀਦਾ। ਤੇ ਭਾਰਤ ਵੈਸੇ ਇਸ ਮਾਮਲੇ ਦੇ ਵਿੱਚ ਸਰਕਾਰ ਨਰਿੰਦਰ ਮੋਦੀ ਹੋਰਾਂ ਦੀ ਹੈ ਤੇ ਰਿਸ਼ਤੇ ਭਾਵੇਂ ਅੱਗੇ ਨਾਲੋਂ ਬਿਹਤਰ ਕੀਤੇ ਆ ਅਮਰੀਕਾ ਦੇ ਨਾਲ ਨਰਿੰਦਰ ਮੋਦੀ ਹੋਰਾਂ ਨੇ, ਪਰ ਯੂਕਰੇਨ ਤੇ ਰੂਸ ਦੀ ਲੜਾਈ ਦੇ ਵਿੱਚ ਅਸੀਂ ਦੇਖਿਆ ਕਿ ਉਹਨਾਂ ਨੇ ਇੱਕ ਵੱਖਰਾ ਸਟੈਂਡ ਲਿਆ, ਅਮਰੀਕਾ ਦੇ ਪੱਖ ਸਟੈਂਡ ਨਹੀਂ ਉਸ ਰੂਪ ਦੇ ਵਿੱਚ ਲਿਆ। ਤੇ ਹੁਣ ਚਾਈਨਾ ਦੇ ਨਾਲ ਜਿਹੜਾ ਆ ਸੰਵਾਦ ਦੇ ਨਾਲ ਹੀ ਮਸਲਾ ਹੱਲ ਹੋ ਸਕਦਾ ਹੈ। ਸਰਕਾਰਾਂ ਬੈਠ ਕੇ ਇੱਕ ਦੂਜੇ ਨਾਲ ਗੱਲਬਾਤ ਕਰਨ। ਗੁਆਂਢੀ ਮੁਲਕ ਹੈ, ਖਾਸ ਤੌਰ ਤੇ ਜਿਹੜਾ ਬਹੁਤ ਦੂਰ ਦਾ ਮੁਲਕ ਹੁੰਦਾ, ਗੱਲ ਹੋਰ ਸੀ, ਬਿਲਕੁਲ ਗੁਆਂਢ 'ਚ ਬਾਰਡਰ ਹੈ, ਤੇ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਚੀਨ ਦੇ ਨਾਲ ਗੱਲਬਾਤ ਹੀ ਇਸ ਮਸਲੇ ਦਾ ਹੱਲ ਹੈ। ਵੀ ਬੈਠ ਕੇ ਨਿਰਧਾਰਿਤ ਕੀਤਾ ਜਾਵੇ ਕਿ ਕੀ ਹੈ, ਕਿੰਨੀ ਅੰਦਰ ਤੱਕ ਤੁਸੀਂ ਆਏ ਆ, ਤੁਹਾਨੂੰ ਵਾਪਸ ਜਾਣਾ ਚਾਹੀਦਾ। ਜੋ ਵੀ ਪੋਸੀਬਿਲਿਟੀ ਹੈ ਉਹ ਗੱਲਬਾਤ ਦੇ ਨਾਲ ਜਿਹੜੀ ਹੱਲ ਕੱਢਣ ਦੀ ਜਿਹੜੀ ਕੋਸ਼ਿਸ਼ ਹੋਣੀ ਚਾਹੀਦੀ ਹੈ। ਪਰ ਭਾਰਤ ਦੀ ਚੀਨ ਦੇ ਪ੍ਰਤੀ ਜਿਹੜੀ ਨੀਤੀ ਹੈ ਉਹ ਸਪਸ਼ਟ ਕਿਤੇ ਵੀ ਨਹੀਂ ਹੈ। ਅਸੀਂ ਗੁਆਂਢ ਦੇ ਬਾਕੀ ਮੁਲਕਾਂ ਨਾਲ ਹੋਰ ਤਰ੍ਹਾਂ ਦਾ ਬਿਹੇਵ ਕਰਦੇ ਹਾਂ, ਚੀਨ ਨਾਲ ਕੁਝ ਹੋਰ ਤਰ੍ਹਾਂ ਦਾ ਬਿਹੇਵ ਕਰਦੇ ਹਾਂ। ਦਸਾਂਝ ਸਾਹਿਬ, ਗੱਲ ਤੇ ਠੀਕ ਹੈ, ਆਈਡੀਅਲੀ ਤੇ ਗੱਲ ਚੰਗੀ ਲੱਗਦੀ ਆ ਕਿ ਲੜਾਈ ਨਹੀਂ ਹੋਣੀ ਚਾਹੀਦੀ, ਤੇ ਜੇ ਗੁਆਂਢੀ ਮੁਲਕ ਸਾਨੂੰ ਜ਼ਬਰਦਸਤੀ ਤੁਹਾਡੇ ਘਰ 'ਚ ਹੀ ਘੁਸਦਾ ਆ ਰਿਹਾ ਤੇ ਅਸੀਂ ਉਹਨੂੰ ਡਿਕਲੇਅਰ ਵੀ ਨਹੀਂ ਕਰ ਰਹੇ, ਆਪਣੇ ਲੋਕਾਂ ਨੂੰ ਦੱਸ ਵੀ ਨਹੀਂ ਰਹੇ, ਤੇ ਫਿਰ ਅਸੀਂ ਕਿੱਦਾਂ ਦੀ ਸਰਕਾਰ ਚਲਾ ਰਹੇ ਹਾਂ? ਇੱਕ ਪਾਸੇ ਅਸੀਂ ਦਮਗਜੇ ਬੜੇ ਵੱਡੇ ਵੱਡੇ ਮਾਰਦੇ ਹਾਂ ਕਿ ਅਸੀਂ ਤਾਂ ਉਹ ਸਟ੍ਰਾਈਕ ਹੀ ਸਿੱਧੀ ਕਰ ਦਿੰਦੇ ਹੁੰਦੇ ਅਗਲੇ ਦੇ ਘਰ 'ਚ ਜਾ ਕੇ। ਤੇ ਠੀਕ ਹੈ ਤੁਹਾਡੀ ਗੱਲ ਵੀ ਦੂਜੇ ਮੁਲਕਾਂ ਪ੍ਰਤੀ ਰਵੱਈਆ ਹੋ ਰਿਹਾ ਤੇ ਉਹ ਤਕੜੇ ਪ੍ਰਤੀ ਸਾਡਾ ਰਵੱਈਆ ਕੁਝ ਹੋ ਰਿਹਾ, ਤੇ ਪਰ ਇਹਦੇ ਬਾਵਜੂਦ ਸਾਡਾ ਸੱਭਿਆਚਾਰ, ਸਾਡੇ ਵੱਡਿਆਂ ਨੇ ਤੇ ਸਾਨੂੰ ਇਹ ਦੱਸਿਆ ਹੋਇਆ, ਜੇ ਜੀਵੇ ਪਤ ਲੱਥੀ ਜਾਏ ਤੇਤਾ ਹਰਾਮ ਜੇਤਾ ਕੁਝ ਖਾਏ। ਤੇ ਫਿਰ ਆਪਾਂ ਮਤਲਬ ਜੇ ਆਪਣੀ ਇੱਜ਼ਤ ਹੀ ਨਹੀਂ ਵਰਲਡ ਦੇ ਵਿੱਚ, ਆਪਾਂ ਸੁਪਰ ਪਾਵਰ ਬਣਨ ਦੇ ਸੁਪਨੇ ਲੈਂਦੇ ਲੈਂਦੇ ਚੁੱਪ ਕਰ ਗਏ ਹਾਂ। ਬੜਾ ਰੌਲਾ ਸੀਗਾ ਕਿ ਸਾਡੇ ਕੋਲ ਬੜੀ ਜੰਗ ਜਨਰੇਸ਼ਨ ਆ ਤੇ ਅਸੀਂ ਆਉਣ ਵਾਲੇ ਸਮੇਂ 'ਚ ਦੁਨੀਆ ਦੀ ਸੁਪਰ ਪਾਵਰ ਹੋਵਾਂਗੇ, ਬੜੀ ਤੇਜ਼ੀ ਨਾਲ ਵੱਧ ਰਹੇ ਹਾਂ, ਚਾਈਨਾ ਨੂੰ ਅਸੀਂ 25-26 ਤੱਕ ਦਾਅਵਾ ਕਰਦੇ ਸੀ ਪਛਾੜ ਦਿਆਂਗੇ। ਤੇ ਹੁਣ ਹਾਲਾਤ ਇਹ ਆ ਕਿ ਸਾਡੇ ਪੱਲੇ ਕੱਖ ਨਹੀਂ, ਤੇ ਫਿਰ ਆਪਾਂ ਅਮਨ ਦਾ ਸ਼ਬਦ ਪੜ੍ਹੀ ਜਾਈਏ, ਉੱਥੇ ਬੈਠੇ ਜਗਰਾਤੇ ਕਰੀ ਜਾਈਏ ਕਿ ਸਾਨੂੰ ਅਮਨ ਚਾਹੀਦਾ ਤੇ ਸਾਨੂੰ ਸ਼ਾਂਤੀ ਚਾਹੀਦੀ ਹੈ, ਤੇ ਫਿਰ ਉਹ ਕਾਹਦਾ ਜੀਣਾ? ਇਹ ਵੀ ਤੇ ਗੱਲ ਹੈ ਨਾ। ਨਹੀਂ, ਇਹ ਠੀਕ ਹੈ ਗੱਲ ਤੁਹਾਡੀ। ਚਾਈਨਾ ਨੂੰ ਪਛਾੜ ਤਾਂ ਦੇਣਾ ਹੀ, ਅਸੀਂ ਅਗਲੇ ਸਾਲ ਹੀ ਪਛਾੜ ਦੇਣਾ ਪਾਪੂਲੇਸ਼ਨ ਦੇ ਮਾਮਲੇ ਪਾਪੂਲੇਸ਼ਨ 'ਚ ਪਛਾੜ ਦੇਣਾ। ਹਾਂਜੀ, ਉਹਦੇ 'ਚ ਤਾਂ ਪਛਾੜ ਹੀ ਰਹੇ ਅਸੀਂ। ਦੂਜੀ ਗੱਲ ਹੈ ਜਿਹੜੀ ਅਸੀਂ ਗੱਲ ਕਰਦੇ ਰਹੇ ਹਾਂ ਨਾ ਜੀ, ਇਹ ਤਾਂ ਅਸੀਂ ਕਰਦੇ ਰਹੇ, ਜਿਹੜੀ ਭਾਰਤ ਸਰਕਾਰ ਜਾਂ ਨਰਿੰਦਰ ਮੋਦੀ ਜਾਂ ਉਹਨਾਂ ਦੇ ਜਿਹੜੇ ਹਮਦਰਦੀ ਪੇਸ਼ ਕਰਦੇ ਰਹੇ ਆ, ਹੋਰ ਤਰ੍ਹਾਂ ਕਰਦੇ ਰਹੇ, ਝੂਠ ਬੋਲਦੇ ਰਹੇ ਆ। ਅਸੀਂ ਗੱਲ ਕਰਦੇ ਰਹੇ ਹਾਂ ਕਿਰਤ ਸ਼ਕਤੀ ਦੇ ਮਾਮਲੇ ਦੇ ਵਿੱਚ। ਕਿਰਤ ਸ਼ਕਤੀ ਦੇ ਮਾਮਲੇ ਦੇ ਵਿੱਚ ਜੇ ਪਾਪੂਲੇਸ਼ਨ ਦੀ ਆਪਾਂ ਗੱਲ ਕੀਤੀ ਹੈ ਤਾਂ ਉਹ ਤਾਂ ਵੱਖਰਾ ਮਾਮਲਾ, ਪਰ ਪਾਪੂਲੇਸ਼ਨ ਦੇ ਨਾਲ ਹੀ ਸਾਡੀ ਕਿਰਤ ਸ਼ਕਤੀ ਵੀ ਜਿਹੜੀ ਹੈ ਉਹ ਸਾਡੇ ਕੋਲ ਬਹੁਤ ਜ਼ਿਆਦਾ ਆ ਮੁਕਾਬਲਤਨ ਚੀਨ ਦੇ, ਕਿਉਂਕਿ ਜਵਾਨ ਉਮਰ ਦੇ ਜਿਹੜੇ ਸਾਡੇ ਕੋਲ ਬੱਚੇ ਉਹ ਪਾਪੂਲੇਸ਼ਨ ਦੇ ਹਿਸਾਬ ਨਾਲ ਸਾਡੇ ਕੋਲ ਜ਼ਿਆਦਾ ਆ, ਤੇ ਉਧਰ ਉਹ ਚੀਨ ਲਗਾਤਾਰ ਬੁੱਢਾ ਹੁੰਦਾ ਜਾ ਰਿਹਾ, ਭਾਰਤ ਉਹਦੇ ਮੁਕਾਬਲੇ ਜਵਾਨ ਮੁਲਕ ਹੈ। ਪਰ ਮਸਲਾ ਸਿਰਫ ਇੱਥੇ ਇਹ ਹੈ ਕਿ ਉਹ ਜਿਹੜਾ ਜਵਾਨ ਮੁਲਕ ਹੈ ਉਹ ਬੇਰੁਜ਼ਗਾਰ ਹੈ, ਕਿਰਤ ਸ਼ਕਤੀ ਸ਼ਕਤੀਹੀਣ ਹੈ। ਮਤਲਬ ਕਿਰਤ ਸ਼ਕਤੀ ਦੀ ਜਿਹੜੀ ਸ਼ਕਤੀ ਹੋਣੀ ਚਾਹੀਦੀ ਆ ਉਹ ਨਹੀਂ ਆ ਸਾਡੇ ਪੱਲੇ, ਤੇ ਉਹ ਜੇ ਹੋਵੇ ਤਾਂ ਫਿਰ ਅਸੀਂ ਆਰਥਿਕ ਤੌਰ ਦੇ ਉੱਤੇ, ਲਾਜ਼ਮੀ ਤੌਰ ਦੇ ਉੱਤੇ
ਅਸੀਂ ਸ਼ਾਇਦ ਬੀਟ ਕਰ ਪਾਈਏ ਬਾਕੀ ਸੰਸਾਰ ਨੂੰ, ਪਰ ਕਿਉਂਕਿ ਸਾਡੇ ਕੋਲ ਕੰਮ ਨਹੀਂ ਹੈ, ਸਾਡੇ ਕੋਲ ਉਹਨਾਂ ਹੱਥਾਂ 'ਚ ਦੇਣ ਵਾਸਤੇ ਰੁਜ਼ਗਾਰ ਨਹੀਂ ਹੈ। ਰੁਜ਼ਗਾਰ ਤਾਂ ਹੈ, ਸਰਕਾਰ ਦੀ ਨੀਅਤ ਨਹੀਂ ਹੈ, ਸਰਕਾਰ ਸਹੀ ਲੀਹਾਂ ਤੇ ਨਹੀਂ ਚੱਲ ਰਹੀ। ਇਸ ਕਰਕੇ ਅਸੀਂ ਸ਼ਾਇਦ ਉਹ ਜੋ ਦਾਅਵੇ ਦੂਵੇ ਕਰਦੇ ਰਹੇ ਆ ਉਹਦੇ ਨੇੜੇ ਤੇੜੇ ਨਹੀਂ ਪਹੁੰਚਦੇ। ਬਾਕੀ ਇਹ ਆ ਵੀ ਇਹਦੇ ਤੇ ਜ਼ਰੂਰ ਦੇਖਣਾ ਪਏਗਾ ਕਿ ਭਾਰਤ ਦੀ ਸਰਕਾਰ ਜਿਹੜੀ ਇਸ ਵੇਲੇ ਦੀ ਹੈ ਉਹ ਕਹਿੰਦੀ ਕੁਝ ਹੋਰ ਹੈ, ਲਫ਼ਜ਼ਾਂ ਦੇ ਵਿੱਚ ਤਾਂ ਉਹ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਹੈਗੀ ਹੈ, ਦਮਗੰਜੇ ਬਹੁਤ ਵੱਡੇ ਵੱਡੇ ਆ, 56 ਇੰਚ ਦੇ ਸੀਨਾ ਵੀ ਆ, ਸਾਰਾ ਕੁਝ ਵੀ ਹੈ, ਪਰ ਅਸੀਂ ਅਮਲ ਦੇ ਵਿੱਚ ਜਿਹੜਾ ਆ ਉਸ ਰੂਪ ਦੇ ਨਾਲ ਜਿਹੜਾ ਆ ਤਾਕਤਵਰ ਕਿਤੇ ਵੀ ਦਿਖਾਈ ਨਹੀਂ ਦਿੰਦੇ, ਮੁਕਾਬਲੇ 'ਚ ਨਹੀਂ ਦਿਖਾਈ ਦਿੰਦੇ। ਚੀਨ ਦੇ ਮੁਕਾਬਲੇ ਮਤਲਬ ਸਾਡੀ ਹਾਲਤ ਜਿਹੜੀ ਹੈ ਹਰ ਪੱਧਰ ਦੇ ਉੱਤੇ, ਹਰ ਲੈਵਲ ਤੇ, ਹਰ ਸੈਕਟਰ 'ਚ ਅਸੀਂ ਜਿਹੜੇ ਆ ਉਹਦੇ ਤੋਂ ਮੀਲਾਂ ਪਿੱਛੇ ਹੈਗੇ ਆ। ਸੋ ਇਸੇ ਕਰਕੇ ਅਸੀਂ ਮੁਕਾਬਲਾ ਬਹੁਤਾ ਪਾਕਿਸਤਾਨ ਨਾਲ ਹੀ ਕਰਦੇ ਹਾਂ। ਮਤਲਬ ਪਾਕਿਸਤਾਨ ਦੀ ਗੱਲ ਜ਼ਿਆਦਾ ਕਰਦੀ ਹੈ ਭਾਰਤ ਦੇ ਮੰਤਰੀ ਸੰਤਰੀ ਪੋਲੀਟੀਸ਼ੀਅਨ, ਉਹਨਾਂ ਦੀ ਜ਼ੁਬਾਨ ਤੇ ਚੀਨ ਤਾਂ ਕਦੀ ਆਉਂਦਾ ਹੀ ਨਹੀਂ, ਪਾਕਿਸਤਾਨ ਹੀ ਆਉਂਦਾ ਹੈ। ਇਹਦੇ ਤੋਂ ਸਾਡੀ ਲਾਜ਼ਮੀ ਤੌਰ ਦੇ ਉੱਤੇ ਆਪਾਂ ਸਮਝਦੇ ਹਾਂ ਕਿ ਵੱਡੀ ਕਮਜ਼ੋਰੀ ਜਿਹੜੀ ਹੈ ਇਹਦੇ ਤੋਂ ਝਲਕ ਰਹੀ ਹੈ। ਲੋੜ ਇਸ ਗੱਲ ਦੀ ਹੈ ਕਿ ਸਾਫ਼ ਗੋਈ ਦੇ ਨਾਲ ਜਿਹੜੀਆਂ ਸਥਿਤੀਆਂ ਹੈ ਇਸ ਵੇਲੇ ਚੀਨ ਦੇ ਨਾਲ ਉਹਨਾਂ ਦੇ ਸੰਬੰਧ ਹੈ ਭਾਰਤ ਦੇ, ਜਾਂ ਚੀਨ ਕਿੰਨੇ ਕੁ ਅੰਦਰ ਤੱਕ ਕੋਲ ਸਾਡੇ ਕਿੰਨੇ ਕਿਲੋਮੀਟਰ ਏਰੀਏ ਤੱਕ ਕੋਲ ਅੰਦਰ ਆ ਵੜਿਆ, ਇਹ ਬਿਲਕੁਲ ਸਰਕਾਰ ਨੂੰ ਲੋਕ ਸਭਾ ਦੇ ਵਿੱਚ ਇਹਦੀ ਜਾਣਕਾਰੀ ਰੱਖਣੀ ਚਾਹੀਦੀ ਹੈ ਤੇ ਸਾਫ਼ ਦੱਸਣਾ ਚਾਹੀਦਾ ਵੀ ਅਸੀਂ ਹੁਣ ਕਿਹਦੇ ਤੇ ਕੀ ਐਕਸ਼ਨ ਪਲਾਨ ਕਰ ਰਹੇ ਹਾਂ ਜਾਂ ਸਾਡੀ ਜਿਹੜੀ ਨੀਤੀ ਕੀ ਹੈ, ਅਸੀਂ ਚੀਨ ਦੇ ਨਾਲ ਇਸ ਮੁੱਦੇ ਤੇ ਕਿਸ ਪੱਧਰ ਦੀ ਗੱਲਬਾਤ ਜਿਹੜੀ ਕਰ ਰਹੇ ਹਾਂ। ਇਹ ਚੀਜ਼ਾਂ ਜਿਹੜੀਆਂ ਮੁਲਕ ਦੇ ਸਾਹਮਣੇ ਰੱਖੀਆਂ ਜਾਣੀਆਂ ਚਾਹੀਦੀਆਂ। ਦਸਾਂਝ ਸਾਹਿਬ, ਇਹ ਤੇ ਚਾਈਨਾ ਵਾਲੀ ਗੱਲ ਤੇ ਚਲੋ ਮੰਨਿਆ, ਲਕਾ ਲੈਂਦੇ ਆ, ਇਹ ਕਹਿੰਦੇ ਕਿਉਂਕਿ ਇਹਦੇ ਨਾਲ ਸ਼ਰਮ ਆਉਂਦੀ ਆ ਕਿ ਅਸੀਂ ਸਾਡੀ ਫੌਜ ਬੜੀ ਤਕੜੀ ਆ ਤੇ ਸਾਨੂੰ ਥੋੜ੍ਹੀ ਬਹੁਤੀ ਇਸ ਗੱਲ ਦੀ ਅਹਿਸਾਸ ਰਹਿੰਦਾ ਹੈ ਕਿ ਇਹਦੇ ਨਾਲ ਫੌਜੀਆਂ ਦਾ ਮੋਰਾਲ ਜਿਹੜਾ ਉਹ ਡਾਊਨ ਹੋ ਜਾਊਗਾ। ਪਰ ਜਿਹੜੇ ਉੱਥੇ ਬਾਰਡਰ ਤੇ ਬੈਠੇ ਫੌਜੀ ਜਦੋਂ ਵੇਖ ਰਹੇ ਆ ਕਿ ਸਾਡੇ ਟੈਂਟ ਤੇ ਉੱਥੇ ਹੁੰਦੇ ਸੀ ਪਿਛਲੇ ਸਾਲ ਤੇ ਹੁਣ ਅਸੀਂ 5-8 ਕਿਲੋਮੀਟਰ ਪਿਛਾਂਹ ਆ ਗਏ ਆ, ਤੇ ਮੋਰਾਲ ਤੇ ਉਦੋਂ ਵੀ ਡਾਊਨ ਹੋਇਆ ਹੀ ਹੋਇਆ ਹੋਊਗਾ। ਮੋਰਾਲ ਕਿਤੇ ਗੱਲਾਂ ਕੀਤੀਆਂ ਥੋੜ੍ਹਾ ਡਾਊਨ ਹੋ ਜਾਂਦਾ, ਮੋਰਾਲ ਤੇ ਜੋ ਧਰਤੀ ਤੇ ਹੋ ਰਿਹਾ ਹੁੰਦਾ ਉਹਨੂੰ ਵੇਖ ਕੇ ਜਿਹੜਾ ਉਹ ਹੁੰਦਾ। ਤੇ ਸਾਡੀ ਸਰਕਾਰ ਨੂੰ ਤੇ ਖੈਰ ਪਤਾ ਹੀ ਕੱਖ ਨਹੀਂ, ਉਹਨਾਂ ਨੂੰ ਇਹ ਪਤਾ ਹੀ ਨਹੀਂ ਕਿ ਸਾਡਾ ਥਾਂ ਘੇਰਿਆ, ਉਹਨਾਂ ਤੇ ਕਦੀ ਗੱਲ ਹੀ ਨਹੀਂ ਕੀਤੀ। ਤੇ ਇੱਕ ਖਬਰ ਹੋਰ ਆ ਰਹੀ ਆ ਕਿ ਸਾਡੀ ਸਰਕਾਰ ਨੂੰ, ਕੇਂਦਰ ਵਾਲੀ ਨੂੰ ਤੇ ਇਹ ਵੀ ਨਹੀਂ ਪਤਾ ਕਿ ਕਿੰਨੇ ਲੋਕ ਪ੍ਰਵਾਸ ਕਰਕੇ ਵਿਦੇਸ਼ਾਂ 'ਚ ਰਹਿੰਦੇ ਨੇ ਭਾਰਤੀ ਮੂਲ ਦੇ। ਬੜੇ ਬੜੇ ਰਾਜਦੂਤਾਂ ਦੇ ਦਫ਼ਤਰ ਖੁੱਲ੍ਹੇ ਆ, ਫੈਸਿਲਿਟੀਜ਼ ਮਿਲੀਆਂ ਉਹਨਾਂ ਨੂੰ, ਧਨ ਜਾਂਦਾ, ਤੇ ਉਹਨਾਂ ਕੋਲ ਕੋਈ ਡਾਟਾ ਹੀ ਨਹੀਂ। ਵਰਲਡ ਬੈਂਕ ਕੋਈ ਡਾਟਾ ਜਾਰੀ ਕਰਦਾ ਆ ਕਿ ਭਾਰਤ ਨੂੰ ਪ੍ਰਵਾਸੀ ਜਿਹੜੇ ਆ ਉਹਨਾਂ ਨੇ 2021 ਦੇ ਸਾਲ ਦੇ ਵਿੱਚ 87 ਅਰਬ ਅਮਰੀਕਨ ਡਾਲਰ ਦੀ ਰਾਸ਼ੀ ਆਪਣੇ ਮੁਲਕ 'ਚ ਭੇਜੀ ਆ। ਛੋਟੀ ਜੀ ਨਹੀਂ ਹੁੰਦੀ, ਤੇ ਦੁਨੀਆ ਦਾ ਕੋਈ ਵੀ ਇਹੋ ਜਿਹਾ ਮੁਲਕ ਨਹੀਂ ਜਿੰਨੇ ਇੰਨਾ ਪੈਸਾ ਬਾਹਰੋਂ ਕਮਾ ਕੇ ਪ੍ਰਵਾਸੀਆਂ ਨੇ ਆਪਣੇ ਮੁਲਕ 'ਚ ਭੇਜਿਆ ਹੋਵੇ। ਤੇ ਉਹਨਾਂ ਦਾ ਕੁਝ ਡਾਟਾ ਹੀ ਨਹੀਂ ਹੈਗਾ। ਸਾਡੀ ਸਰਕਾਰ ਕੋਲ ਕਮੇਟੀ ਬਣੀ ਆ, ਉਹਦਾ ਪ੍ਰਧਾਨ ਵੀ ਬੀਜੇਪੀ ਦਾ ਹੀ ਲੀਡਰ ਆ, ਤੇ ਉਹ ਕਹਿੰਦਾ ਜੀ ਬੜੀ ਹੈਰਾਨੀ ਵਾਲੀ ਗੱਲ, ਸਾਨੂੰ ਇਹ ਨਹੀਂ ਪਤਾ ਵੀ ਸਾਡੇ ਭਾਰਤੀ ਕਿੰਨੇ ਕੁ ਗਿਣਤੀ 'ਚ ਵਿਦੇਸ਼ਾਂ 'ਚ ਵੱਸਦੇ ਆ, ਸਾਡੇ ਕੋਲ ਕੋਈ ਅਧਿਕਾਰਤ ਡਾਟਾ ਹੀ ਨਹੀਂ ਹੈਗਾ। ਤੇ ਅਸੀਂ ਇੱਥੇ ਰੌਲਾ ਪਾਉਂਦੇ ਰਹਿੰਦੇ ਆ ਕਿ NRI ਨੂੰ ਡਿਊਲ ਸਿਟੀਜ਼ਨਸ਼ਿਪ ਦੇ ਦਿਓ, NRI ਦੇ ਆਹ ਮਸਲੇ ਹੱਲ ਕਰ ਦਿਓ। ਉਹਨਾਂ ਨੂੰ ਤਾਂ ਸਾਡਾ ਪਤਾ ਹੀ ਨਹੀਂ ਵੀ ਅਸੀਂ ਹੈਗੇ ਵੀ ਆ ਕਿ ਨਹੀਂ। ਕੀ ਕਹੀਏ ਫਿਰ ਇਹੋ ਜਿਹੀ ਸਰਕਾਰ ਨੂੰ? ਦੇਖੋ ਸਰਕਾਰ ਸਰਕਾਰੀ ਹੈ, ਨਾਂ ਦੀ ਸਰਕਾਰੀ ਹੈ। ਸਰਕਾਰ ਜਿਹੜਾ ਜ਼ਰੂਰੀ ਡਾਟਾ ਜਿਹੜਾ ਮੁਹੱਈਆ ਕਰਵਾਇਆ ਜਾਣਾ ਚਾਹੀਦਾ ਦੇਸ਼, ਉੱਥੇ ਸਰਕਾਰ ਮੁੱਕਰ ਜਾਂਦੀ ਹੈ। ਸਰਕਾਰ ਜੇ ਡਾਟਾ ਪੇਸ਼ ਕਰਦੀ ਹੈ ਤਾਂ ਗਲਤ ਕਰਦੀ ਹੈ। ਸਰਕਾਰ ਨੇ ਪਿਛਲੇ ਦਿਨਾਂ ਦੇ ਵਿੱਚ ਡਾਟਾ ਪੇਸ਼ ਕੀਤਾ ਕਿਸਾਨਾਂ ਬਾਰੇ, ਕਿਸਾਨ ਜਿਹੜੇ ਖੁਦਕੁਸ਼ੀ ਕਰ ਗਏ ਆ ਉਹ ਗਲਤ ਪੇਸ਼ ਕੀਤਾ, ਆਪਾਂ ਉਸ ਤੇ ਗੱਲ ਕਰ ਚੁੱਕੇ ਹਾਂ। ਮਤਲਬ 18 ਸਾਲਾਂ ਦੇ ਵਿੱਚ 1806 ਕਿਸਾਨ ਕਹਿੰਦੇ ਸੁਸਾਈਡ ਕਰ ਕੀਤੇ ਆ, ਸਿਰਫ। ਤੇ ਕੱਲ ਪਰਸੋਂ ਇੱਕ ਹੋਰ ਸੰਸਦ ਮੈਂਬਰ ਆ ਦੁਬੇ ਸ਼ਸ਼ੀਕਾਂਤ ਦੁਬੇ, ਉਹ ਕਹਿੰਦਾ ਜੀ ਮਤਲਬ ਭਾਰਤ ਦੇ ਵਿੱਚ ਜਿਹੜਾ ਕਿਸਾਨ ਹੈ ਤੇ ਉਹ ਤਾਂ ਖੁਦਕੁਸ਼ੀ ਕਰਦਾ ਹੈ ਕਿਤੇ ਨਹੀਂ। ਪਾਰਲੀਮੈਂਟ ਦੇ ਵਿੱਚ ਖੁਦਕੁਸ਼ੀ ਦੀ ਗੱਲ ਹੀ ਨਹੀਂ ਹੁੰਦੀ, ਇਸ ਕਰਕੇ ਨਹੀਂ ਹੁੰਦੀ ਕਿਉਂਕਿ ਕਿਸਾਨ ਖੁਦਕੁਸ਼ੀ ਕਰਨ ਤੋਂ ਹਟ ਗਿਆ, ਕਿਸਾਨ ਤਾਂ ਲੜਨਾ ਜਾਣ ਗਿਆ। ਨਰਿੰਦਰ ਮੋਦੀ ਨੇ ਕਮਾਲ ਕਰਤੀ ਹੈ, ਨਰਿੰਦਰ ਮੋਦੀ ਨੇ ਕਿਸਾਨਾਂ ਨੂੰ ਲੜਨਾ ਸਿਖਾ ਦਿੱਤਾ, ਆਪਣੇ ਹੀ ਖਿਲਾਫ ਲੜਨਾ ਸਿਖਾ ਦਿੱਤਾ। ਤੇ ਮਤਲਬ ਉਹਨਾਂ ਦਾ ਬੀਜੇਪੀ ਦਾ ਕਹਿ ਰਿਹਾ ਕਿਸਾਨ ਖੁਦਕੁਸ਼ੀ ਨਹੀਂ ਕਰਦਾ, ਕਿਸਾਨ ਤਾਂ ਹੁਣ ਲੜਦਾ ਆ। ਦਿੱਲੀ 'ਚ 1 ਸਾਲ ਕਿਸਾਨ ਲੜਿਆ, ਇਹ ਨਰਿੰਦਰ ਮੋਦੀ ਦੀ ਪ੍ਰਾਪਤੀ ਦੱਸੀ ਉਹਨੇ। ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਇਹ ਲੋਕ ਜਿਹੜੇ ਸਰਕਾਰ 'ਚ ਬੈਠੇ ਆ, ਇਹ ਲੋਕਾਂ ਨੂੰ ਮੂਰਖ ਬਣਾਉਣ ਦੀ ਜਿਹੜੀ ਨੀਤੀ ਤੇ ਚੱਲ ਰਹੇ ਆ ਤੇ ਗਲਤ ਕਿਸਮ ਦੇ ਅੰਕੜੇ ਪੇਸ਼ ਕਰਦੇ ਆ।
ਤੇ ਜਿਹੜੇ ਸਹੀ ਅੰਕੜੇ ਆ ਉਹਨਾਂ ਤੋਂ ਮੁੱਕਰ ਜਾਂਦੇ ਆ, ਵੀ ਜਦੋਂ ਪਤਾ ਵੀ ਇੱਥੇ ਬੇਇੱਜ਼ਤ ਹੋਵਾਂਗੇ, ਇਸ ਕਰਕੇ ਉਹ ਫਿਰ ਅੰਕੜੇ ਜਿਹੜੇ ਆ ਉਹ ਸੂਟ ਦੇ ਵਿੱਚ ਸਾਡੇ ਸਾਹਮਣੇ ਲੈ ਕੇ ਨਹੀਂ ਆਉਂਦੇ। ਤੇ ਹਾਲਾਤ ਇਹ ਆ ਵੀ ਦੇਸ਼ ਦੇ ਜਿਹੜੇ ਆ ਵੀ ਲਗਾਤਾਰ ਜਿਹੜਾ ਪ੍ਰਵਾਸ ਜਿਹੜਾ ਵਧਿਆ ਹੈ, ਪ੍ਰਵਾਸ ਵਧਣ ਦੇ ਨਾਲ ਨਾਲ ਸਾਡਾ ਧਨ ਵੀ ਜਿਹੜਾ ਆ ਉਹ ਜਿਹੜਾ ਭਾਰਤ ਤੋਂ ਜਿਹੜਾ ਆ ਉਹ ਵਿਦੇਸ਼ਾਂ ਵੱਲ ਜਿਹੜਾ ਆ ਗਿਆ, ਕਿਉਂਕਿ ਜਿਹੜਾ ਪ੍ਰਵਾਸ ਹੁਣ ਸਾਡਾ ਵਧਿਆ ਇਹਦੇ 'ਚ ਵੱਡੀ ਗਿਣਤੀ ਜਿਹੜੀ ਹੈ ਸਾਡੇ ਉਹ ਬੱਚੇ ਆ ਜਿਹੜੇ ਪੜ੍ਹਨ ਲਿਖਣ ਦੇ ਨਾਂ ਦੇ ਉੱਤੇ ਜਿਹੜੇ ਆ ਵਿਦੇਸ਼ਾਂ ਜਾ ਰਹੇ ਆ। ਜਦ ਪੜ੍ਹਨ ਲਿਖਣ ਦੇ ਨਾਂ ਤੇ ਜਾ ਰਹੇ ਆ ਤੇ ਫਿਰ ਨਾਲ ਉਹ ਫੀਸਾਂ ਫੰਡ ਸਾਰਾ ਕੁਝ ਲੈ ਕੇ ਜਾਂਦੇ ਆ, ਰਹਿਣ ਦੇ ਖਰਚੇ ਲੈ ਕੇ ਜਾਂਦੇ ਆ। ਮਤਲਬ ਨੀਅਰ ਅਬਾਊਟ 25 ਕੁ ਲੱਖ ਰੁਪਏ ਇੱਕ ਸਾਲ ਦਾ ਜਿਹੜਾ ਪਹਿਲੇ ਸਾਲ ਦਾ ਪੈਸਾ ਜਿਹੜਾ ਆ ਉਹ ਭਾਰਤ ਤੋਂ ਜਿਹੜਾ ਇੱਕ ਵਿਦਿਆਰਥੀ ਜਿਹੜਾ ਉਹ ਲੈ ਕੇ ਜਾਂਦਾ ਇੱਕ ਸਾਲ ਦਾ। ਜੇ ਉਹ 2 ਸਾਲ ਦੇ ਡਿਪਲੋਮੇ ਜਾਂ ਤਾਂ ਫਿਰ ਉਸ ਹਿਸਾਬ ਨਾਲ ਉਹ ਕਿੰਨਾ ਹੋ ਜਾਏਗਾ। ਜੇ 4 ਸਾਲ ਦੀ ਡਿਗਰੀ ਦੇ ਵਿੱਚ ਹੈ ਤਾਂ ਨੀਅਰ ਅਬਾਊਟ 4 ਸਾਲ ਦੀ ਡਿਗਰੀ ਭਾਵੇਂ ਜਾ ਕੇ ਬੱਚੇ ਨੂੰ ਉੱਥੇ ਕੰਮ ਵੀ ਕਰਨਾ ਹੁੰਦਾ, ਉਹਦੇ ਬਾਵਜੂਦ ਤੁਸੀਂ ਅੰਦਾਜ਼ਾ ਕਰ ਸਕਦੇ ਹੋ ਕਿ 60-70 ਲੱਖ ਰੁਪਏ ਇੱਕ ਬੱਚੇ ਤੇ 4 ਸਾਲ ਦੀ ਡਿਗਰੀ 'ਚ ਲੱਗਦਾ ਹੈ। ਉਹ ਪੈਸਾ ਕਿੱਥੋਂ ਜਾਂਦਾ? ਉਹ ਭਾਰਤ ਤੋਂ ਜਾਂਦਾ। ਸੋ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਵਰਲਡ ਬੈਂਕ ਨੇ ਕਿਹਾ ਕਿ 87 ਅਰਬ ਡਾਲਰ ਇੱਕ ਸਾਲ ਦੇ ਵਿੱਚ ਭਾਰਤੀਆਂ ਨੇ ਭੇਜਿਆ ਭਾਰਤ ਨੂੰ, ਉਹ ਥੋੜੀ ਰਕਮ ਨਹੀਂ ਹੁੰਦੀ। ਤੇ ਮੈਂ ਤੁਹਾਨੂੰ ਇਹ ਦੱਸਦਾ ਕਿ ਮੇਰੇ ਕੋਲ ਹੁਣ ਐਸਟੀਮੇਟ ਸਪਸ਼ਟ ਤਾਂ ਨਹੀਂ, ਸਾਹਮਣੇ ਤਾਂ ਨਹੀਂ ਵੀ ਕਿਹੜੇ ਸਾਲ ਦੀ ਰਿਪੋਰਟ ਹੈ, ਪਰ ਮੇਰੇ ਕੋਲ ਅੱਜ ਤੋਂ 5-7 ਸਾਲ ਪਹਿਲਾਂ ਦੀ ਇੱਕ ਰਿਪੋਰਟ ਸੀ ਵੀ 300 ਅਰਬ ਡਾਲਰ ਜਿਹੜਾ ਆ ਹਰ ਸਾਲ ਭਾਰਤੀ ਜਿਹੜੇ ਆ ਔਸਤਨ ਜਿਹੜੇ ਪ੍ਰਵਾਸੀ ਭਾਰਤੀ ਐਨਰਾਈਜ਼ ਜਿਹੜੇ ਆ ਉਹ ਭਾਰਤ ਭੇਜਦੇ ਰਹੇ ਆ। 300 ਅਰਬ ਡਾਲਰ ਉਹ ਤਾਂ ਹੁਣ ਘਟ ਗਿਆ, 87 ਅਰਬ ਡਾਲਰ ਰਹਿ ਗਿਆ, ਜਿਹਨੂੰ ਅਸੀਂ ਕਹਿ ਰਹੇ ਹਾਂ ਕਿ ਮਾਮੂਲੀ ਰਕਮ ਨਹੀਂ ਹੈ। 300 ਅਰਬ ਡਾਲਰ ਹਰ ਸਾਲ ਭਾਰਤੀ ਪ੍ਰਵਾਸੀ ਭਾਰਤੀ ਆਪਣੇ ਮੁਲਕ 'ਚ ਭੇਜਦੇ ਰਹੇ ਆ। ਉਹ ਘਟ ਗਿਆ ਤੇ ਕਿੰਨੇ ਅਰਬ ਡਾਲਰ ਹੁਣ ਜਾ ਰਿਹਾ ਸਾਡਾ ਜਿਹੜੇ ਵਿਦਿਆਰਥੀ ਲੈ ਕੇ ਜਾ ਰਹੇ ਆ ਉਹਦਾ ਜਿਹੜਾ ਅੰਕੜਾ ਮੇਰੇ ਕੋਲ ਨਹੀਂ ਆ, ਪਰ ਇੱਕ ਨੌਜਵਾਨ ਜਾਂ ਇੱਕ ਵਿਦਿਆਰਥੀ ਦੇ ਜਾਣ ਦਾ ਮੋਟਾ ਜਿਹਾ ਕਿੰਨਾ ਪੈਸਾ ਜਿਹੜਾ ਸਾਡੇ ਦੇਸ਼ ਤੋਂ ਜਿਹੜਾ ਕੈਨੇਡਾ ਜਾਂ ਅਮਰੀਕਾ ਜਾਂ ਕਿਸੇ ਹੋਰ ਮੁਲਕ ਜਾ ਰਿਹਾ ਉਹ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਹੀ ਹੈ। ਇਸ ਲਿਹਾਜ਼ ਦੇ ਨਾਲ ਦੇਖੀਏ ਤਾਂ ਭਾਰਤ ਜਿਹੜਾ ਆ ਜਿਹਨੂੰ ਵਿਦੇਸ਼ੀ ਮੁਦਰਾ ਦੀ ਬਹੁਤ ਵੱਡੀ ਜ਼ਰੂਰਤ ਹੈ, ਉਹਦਾ ਵਿਦੇਸ਼ੀ ਮੁਦਰਾ ਜਿਹੜਾ ਭੰਡਾਰ ਆ ਅੱਗੇ ਨਾਲੋਂ ਬਹੁਤ ਘਟਿਆ ਹੋਏਗਾ। ਸਰਕਾਰ ਇਹ ਅੰਕੜਾ ਵੀ ਤੁਹਾਡੇ ਸਾਹਮਣੇ ਦੇ ਰੱਖੀ ਜੀ। ਸਰਕਾਰ ਨੂੰ ਮੇਰੇ ਖਿਆਲ ਇਹਦੇ ਨਾਲ ਫਰਕ ਹੀ ਕੋਈ ਨਹੀਂ ਪੈਂਦਾ ਕਿ ਸਾਡੇ ਮੁਲਕ ਚੋਂ ਧਨ ਬਾਹਰ ਜਾ ਰਿਹਾ, ਕੀ ਹੋ ਰਿਹਾ। ਹਾਂ, ਉਹਨਾਂ ਨੂੰ ਇੱਕ ਜ਼ਰੂਰ ਆ ਕਿ ਈਡੀ ਨੂੰ ਬਹਾਨਾ ਮਿਲ ਜਾਂਦਾ ਆ ਕਿ ਮਨੀ ਲਾਂਡਰਿੰਗ ਹੋਈ ਆ, ਇਹ ਜ਼ਰੂਰ ਉਹਨਾਂ ਨੂੰ ਬਹਾਨਾ ਮਿਲ ਜਾਂਦਾ ਵਾ ਆਪਣੀਆਂ ਸਿਆਸੀ ਵੈਰ ਕੱਢਣ ਲਈ, ਜਿਹਨੂੰ ਫਸਾਉਣਾ ਹੋਵੇ ਉਹਦੇ ਤੇ ਇਹ ਇਲਜ਼ਾਮ ਧਰਨ ਲਈ। ਪਰ ਦੂਜਾ ਪੱਖ ਇਹ ਆ ਕਿ ਇਹ ਵੀ ਤਾਂ ਡਿਫੈਕਟਿਵ ਨੀਤੀਆਂ ਹੀ ਹੈ ਨਾ ਸਰਕਾਰ ਦੀਆਂ, ਕਿ ਜਿਹੜੇ ਪ੍ਰਵਾਸੀ ਨੇ ਉਹ ਆਪਣੀਆਂ ਜਾਇਦਾਦਾਂ ਵੇਚ ਕੇ ਉੱਥੋਂ ਆ ਰਹੇ ਆ, ਉੱਥੇ ਸਿਕਿਉਰਿਟੀ ਕੋਈ ਨਹੀਂ, ਉੱਥੇ ਕਿਸੇ ਦੀ ਜਾਨ ਮਾਲ ਦੀ ਹਿਫਾਜ਼ਤ ਨਹੀਂ, ਉੱਥੋਂ ਦੇ ਕਾਨੂੰਨ ਐਸੇ ਆ ਕਿ ਉੱਥੇ ਕੋਈ ਸੁਣਵਾਈ ਨਹੀਂ। ਉੱਥੇ ਵਿਅਕਤੀ ਜਿਹੜਾ ਪ੍ਰਵਾਸੀ ਆ ਜਦੋਂ ਬਾਹਰਲੇ ਸਿਸਟਮ 'ਚ ਆ ਕੇ ਰਚ ਮਿਚ ਜਾਂਦਾ ਤੇ ਉਹਨੂੰ ਉੱਥੇ ਜਾਣਾ ਹੀ ਡਰ ਲੱਗਣ ਲੱਗ ਜਾਂਦਾ ਵੀ ਉੱਥੇ ਜਾ ਕੇ ਕਰਾਂਗੇ ਕੀ। ਹਾਲਾਂ ਉੱਥੇ ਰਹਿੰਦਿਆਂ ਉਹਨਾਂ ਚੀਜ਼ਾਂ ਨੂੰ ਅਸੀਂ ਉਸ ਸ਼ਿੱਦਤ ਨਾਲ ਮਹਿਸੂਸ ਨਹੀਂ ਕਰ ਰਹੇ ਹੁੰਦੇ, ਕਿਉਂਕਿ ਸਾਨੂੰ ਲੱਗਦਾ ਕਿ ਰੋਜ਼ ਦਾ ਹੀ ਵਰਤਾਰਾ ਆ। ਤੇ ਜਦੋਂ ਕੋਈ ਵਿਅਕਤੀ ਬਾਹਰ ਚਲ ਜਾਂਦਾ, ਪਤਾ ਨਹੀਂ ਫਿਰ ਜਾਂ ਤਾਂ ਉਹ ਡਰਪੋਕ ਜ਼ਿਆਦਾ ਹੋ ਜਾਂਦਾ, ਜਾਂ ਉਹ ਜ਼ਿਆਦਾ ਸੋਚਣ ਲੱਗ ਜਾਂਦਾ, ਜਾਂ ਉਹਨੂੰ ਘਬਰਾਹਟ ਹੀ ਇੱਦਾਂ ਜ਼ਿਆਦਾ ਹੋਣ ਲੱਗ ਜਾਂਦੀ ਹੈ ਕਿ ਜੇ ਮੈਂ ਉੱਥੇ ਮੇਰੀ ਜਾਇਦਾਦ ਹੋਈ ਤੇ ਉਹ ਖੋਹ ਲੈਣੀ ਕਿਸੇ ਨੇ, ਕੋਈ ਇਨਸਾਫ ਨਹੀਂ ਮਿਲਣਾ, ਜੇ ਮੈਂ ਗਿਆ ਤੇ ਮੇਰਾ ਕਤਲ ਹੋ ਸਕਦਾ। ਤੇ ਫਿਰ ਉਹ ਸਰਕਾਰਾਂ ਕਾਹਦੀਆਂ ਜਿਹੜੀਆਂ ਇਹ ਚੀਜ਼ਾਂ ਨੂੰ ਤੇ ਚੈੱਕ ਨਹੀਂ ਰੱਖ ਸਕਦੀਆਂ। ਜੇ ਉਹਨਾਂ ਨੂੰ ਇਹ ਹੀ ਨਹੀਂ ਪਤਾ ਵੀ ਅਸੀਂ ਕਿੰਨੇ ਕੁ ਲੋਕ ਬਾਹਰ ਬੈਠੇ ਆ, ਕਿੰਨਾ ਪੈਸਾ ਆ ਰਿਹਾ, ਕਿੰਨਾ ਜਾ ਰਿਹਾ, ਤੇ ਫਿਰ ਅਸੀਂ ਤਾਂ ਕਿਸੇ ਗਿਣਤੀ 'ਚ ਹੋਏ ਨਾ ਜੀ। ਦੇਖੋ, ਨਵੀਂ ਜਿਹੜੀ ਰਿਪੋਰਟ ਆਈ ਹੈ ਐਨਰਾਈਜ਼ ਵਾਲੇ, ਤੁਸੀਂ ਉਹਦੇ ਗੱਲ ਛੇੜੀ ਹੈ ਤਾਂ ਮੈਂ ਤੁਹਾਨੂੰ ਦੱਸਾਂ ਵੀ ਐਨਰਾਈਜ਼ ਜਿਹੜੇ ਆ, ਹੁਣ ਅਸੀਂ ਸਾਰੇ ਦੇਸ਼ ਦੀ ਗੱਲ ਨਾ ਵੀ ਕਰੀਏ ਤਾਂ ਮੈਂ ਪੰਜਾਬ ਦੀ ਜੇ ਗੱਲ ਕਰਾਂ ਵੀ ਪੰਜਾਬ ਦੀ ਧਰਤੀ ਨਾਲ ਜਿਸ ਕਿਸਮ ਦਾ ਮਿੱਟੀ ਦਾ ਮੋਹ ਜਿਹੜੀ ਆਪਾਂ ਕਹਿੰਦੇ ਰਹੇ ਆ, ਹੁਣ ਉਸ ਕਿਸਮ ਦਾ ਮੋਹ ਵਾਲੀ ਸਥਿਤੀ ਨਹੀਂ ਹੈ। ਹੁਣ ਇਸ ਵੇਲੇ ਨੰਬਰ 1 ਤਾਂ ਇਹ ਹੈ ਕਿ ਜਿਹੜੀ ਬਹੁਤ ਵੱਡੇ ਪੱਧਰ ਦੇ ਉੱਤੇ ਇਨਵੈਸਟਮੈਂਟ ਰਹਿੰਦੀ ਸੀ ਕਿਸੇ ਵੀ ਰੂਪ ਦੇ ਵਿੱਚ ਸਾਡੇ ਐਨਰਾਈਜ਼ ਭੈਣਾਂ ਭਰਾਵਾਂ ਦੀ ਪੰਜਾਬ ਦੇ ਵਿੱਚ, ਉਹ ਲਗਭਗ ਜ਼ੀਰੋ ਹੋ ਗਈ ਆ, ਲਗਭਗ ਜ਼ੀਰੋ ਆ। ਸਾਡੇ ਜਿਹੜੇ ਪਿੰਡਾਂ ਦੇ ਵਿੱਚ ਜਿਹੜੀਆਂ ਥੋੜ੍ਹੀਆਂ ਬਹੁਤ ਅਸੀਂ ਤਰੱਕੀ ਦੀਆਂ ਲਹਿਰਾਂ ਦੇਖੀਆਂ, ਉਹਦੇ 'ਚ ਐਨਰਾਈਜ਼ ਦਾ ਜਿਹੜਾ ਬਹੁਤ ਵੱਡਾ ਹਿੱਸਾ ਰਿਹਾ, ਖਾਸ ਤੌਰ ਤੇ ਦੁਆਬੇ ਦੇ ਵਿੱਚ। ਹੁਣ ਇਹ ਹੈ ਵੀ ਇੱਕ ਤੱਥ ਸਾਡੇ ਸਾਹਮਣੇ ਇਹ ਹੈ ਵੀ ਅੱਜ ਤੋਂ 10 ਸਾਲ ਪਹਿਲਾਂ ਤੱਕ ਐਨਰਾਈਜ਼ ਜੇ ਕੋਈ ਆਉਂਦਾ ਸੀ ਪੰਜਾਬ ਦੇ ਵਿੱਚ ਛੁੱਟੀਆਂ ਕੱਟਣ ਵਾਸਤੇ ਮਹੀਨੇ ਖੰਡ ਲਈ,
ਤਾਂ ਇੱਥੇ ਕੋਈ ਨਾ ਕੋਈ ਕਿਸੇ ਨਾ ਕਿਸੇ ਕਿਸਮ ਦੀ ਕੋਈ ਜ਼ਮੀਨ ਕਿਸੇ ਨਾ ਕਿਸੇ ਰੂਪ ਚ ਕੋਈ ਪਲਾਟ ਖਰੀਦ ਲਿਆ ਜਾਂ ਐਗਰੀਕਲਚਰ ਲੈਂਡ ਖਰੀਦ ਲਈ, ਉਹ ਖਰੀਦ ਕੇ ਰੱਖ ਕੇ ਜਾਂਦਾ ਸੀ ਤੇ ਦੋ ਤਿੰਨ ਸਾਲਾਂ ਬਾਅਦ ਹੁੰਦਾ ਸੀ ਤਾਂ ਉਹ ਪੈਸੇ ਜਿਹੜੇ ਆ ਵਧੇ ਹੁੰਦੇ ਸੀ, ਕੀਮਤ ਉਹਦੀ ਵਧੀ ਹੁੰਦੀ ਸੀ। ਹੁਣ ਇੱਥੇ ਉਲਟ ਹੋ ਗਿਆ ਕਿ ਹੁਣ ਜਿਹੜੀਆਂ ਐਨਰਾਈਜ਼ ਜਿਹੜੇ ਸਾਡੇ ਗਏ ਹੋਏ ਆ, ਉਹ ਇੱਥੇ ਕੁਝ ਖਰੀਦਦਾਰੀ ਨਹੀਂ ਕਰਦੇ ਆ ਕੇ ਕੋਈ ਜ਼ਮੀਨ ਜਾਂ ਕੋਈ ਪਲਾਟ ਜਾਂ ਕੋਈ ਖਰੀਦ ਦੇ ਲਈ ਘਰ ਨਹੀਂ ਬਣਾਉਂਦੇ। ਅੱਗੇ ਤਾਂ ਇੱਥੇ ਸਾਡੇ ਚੱਲਦਾ ਸੀਗਾ ਮੁਕਾਬਲਾ ਕਿ ਫਲਾਣੇ ਨੇ ਆ ਇੰਨੀ ਵਧੀਆ ਕੋਠੀ ਬਣਾ ਲਈ, ਮੈਂ ਇਹ ਤੋਂ ਵੀ ਵਧੀਆ ਕੋਠੀ ਬਣਾਉਂਗਾ। ਹੁਣ ਜਿਹੜਾ ਉਹਨਾਂ ਦੀ ਜਾਇਦਾਦ ਇੱਥੇ ਪਈ ਆ, ਤੇ ਚਾਹੇ ਉਹ ਐਗਰੀਕਲਚਰ ਲੈਂਡ ਹੈ ਜਾਂ ਬਾਕੀ ਜਾਇਦਾਦ ਆ, ਉਹਨੂੰ ਵੇਚਣ ਲਈ ਆਉਂਦੇ ਆ। ਹੁਣ ਖਰੀਦਣ ਲਈ ਕੋਈ ਨਹੀਂ ਆਉਂਦਾ। ਮਤਲਬ ਜਿਹੜੇ ਪ੍ਰੋਪਰਟੀ ਡੀਲਰ ਵੀ ਆ, ਉਹ ਵੀ ਇਹ ਦੱਸਦੇ ਆ ਕਿ ਸਾਨੂੰ ਫੋਨ ਕਾਲ ਆਉਂਦੀਆਂ ਆ ਐਨਰਾਈਜ਼ ਦੀਆਂ, ਉਹ ਕਹਿੰਦੇ ਆ ਵੀ ਮੈਂ ਆਪਣੀ ਪ੍ਰੋਪਰਟੀ ਵੇਚਣੀ ਹੈ, ਖਰੀਦਣਾ ਕੁਝ ਨਹੀਂ ਆ, ਖਰੀਦਦਾਰੀ ਜ਼ੀਰੋ ਹੋ ਗਈ ਹੈ। ਉਹ ਡਰ ਆ, ਉਹ ਭੈ ਆ, ਉਹ ਖਾ ਰਿਹਾ। ਜਿਹੜਾ ਤੁਸੀਂ ਕਹਿੰਦੇ ਆ ਵੀ ਡਰ ਗਏ, ਡਰ ਇਹ ਨਹੀਂ ਹੈ ਵੀ ਹਾਂ ਵੀ ਉੱਥੇ ਕੋਈ ਖਤਰਾ ਵਾਲੀ ਗੱਲ ਹੈ, ਜਦੋਂ ਉਹ ਵੀ ਮਾੜਾ ਮੋਟਾ ਕਿਸੇ ਦੇ ਮਨ ਚ ਹੋਊਗਾ। ਡਰ ਇਹ ਹੈ ਵੀ ਜਿਹੜੀ ਉਹਨਾਂ ਦੇ ਕੋਲ ਇੱਥੇ ਉਹਨਾਂ ਦਾ ਜਿਹੜੀ ਜਾਇਦਾਦ ਪਈ ਆ, ਉਹ ਕਿਸੇ ਵੇਲੇ ਵੀ ਉੱਥੇ ਕਬਜ਼ਾ ਹੋ ਸਕਦਾ ਹੈ ਤੇ ਉਹ ਸਾਡੇ ਪੱਲੇ ਪੈਣਾ ਨਹੀਂ ਹੈ। ਜੇ ਅਸੀਂ ਆਉਂਦੇ ਆ ਤਾਂ ਮਹੀਨੇ ਖੰਡ ਲਈ ਆਉਣਾ, ਤੇ ਮਹੀਨੇ ਦੇ ਵਿੱਚ ਸਰਕਾਰੀ ਜਿਹੜਾ ਅਮਲਾ ਫੈਲਾ ਜਿਹੜਾ ਹੈ, ਉਹ ਤੁਹਾਨੂੰ ਇੰਨਾ ਪਰੇਸ਼ਾਨ ਕਰ ਦਿੰਦਾ ਹੈ ਵੀ ਜੋ ਤੁਸੀਂ ਕਰਨਾ ਚਾਹੁੰਦੇ ਹੁੰਦੇ ਹੋ ਕਰਨ ਦੀ ਥਾਂ ਦੇ ਉੱਤੇ ਹੋਰ ਜ਼ਿਆਦਾ ਤੁਸੀਂ ਦੁਖੀ ਹੋ ਕੇ ਜਿਹੜੇ ਇੱਥੋਂ ਦੌੜ ਜਾਂਦੇ ਆ, ਛੱਡ ਛਡਾ ਕੇ ਸਾਰਾ ਕੁਝ। ਬਹੁਤ ਸਾਰੇ ਐਨਰਾਈਜ਼ ਜਿਹੜੇ ਆ, ਜਿਹੜੀ ਪਹਿਲੀ ਪੀੜ੍ਹੀ ਦੂਜੀ ਪੀੜ੍ਹੀ ਦੇ ਜਿਹੜੇ ਹੈਗੇ ਆ, ਉਹਨਾਂ ਨੇ ਆਪੇ ਆਪਣੇ ਜਿਹੜੇ ਦਾਅਵੇ ਜਿਹੜੇ ਆ ਆਪਣੀਆਂ ਪ੍ਰੋਪਰਟੀ ਤੇ ਛੱਡ ਦਿੱਤੇ ਆ। ਉਹ ਕਿਹਾ ਵੀ ਠੀਕ ਹੈ ਜੇ ਜਾਂਦਾ ਜਾਵੇ, ਅਸੀਂ ਉੱਥੇ ਜਾ ਕੇ ਕੀ ਕਰਨਾ, ਕਿਸੇ ਵੀ ਕਿਸਮ ਦੀ ਜਿਹੜੀ ਆ ਮਤਲਬ ਸਹੀ ਤਰੀਕੇ ਦੇ ਨਾਲ ਜਿਹੜਾ ਵਿਹਾਰ ਇੱਥੇ ਨਹੀਂ ਹੋ ਪਾ ਰਿਹਾ। ਸੋ ਐਨਰਾਈਜ਼ ਜਿਹੜੇ ਆ ਉਹ ਕਾਫੀ ਜ਼ਿਆਦਾ ਉਦਾਸ ਤੇ ਨਿਰਾਸ਼। ਇਨਵੈਸਟਮੈਂਟ ਦਾ ਤਾਂ ਮਤਲਬ ਹੀ ਕੋਈ ਕੁਝ ਐਗਜ਼ਾਮਪਲ ਜਾਂ ਉਦਾਹਰਨਾਂ ਚੱਲ ਹੈਗੀਆਂ, ਲੋਕ ਇਨਵੈਸਟਮੈਂਟ ਤੇ ਆਏ ਪਰ ਉਹਨਾਂ ਨੂੰ ਸਰਕਾਰੀ ਅਮਲੇ ਫੈਲੇ ਨੇ ਤੰਗ ਪਛਾਣ ਹੀ ਇੰਨਾ ਕੀਤਾ, ਕਰਪਸ਼ਨ ਇੰਨੀ ਹੈ, 100 ਥਾਵਾਂ ਤੇ ਉੱਥੇ ਜਾਣਾ ਪੈਂਦਾ, ਸਮਾਂ ਨੂੰ ਘੱਟ ਹੁੰਦਾ, ਮਹੀਨੇ ਕੱਢਦਾ, ਤੇ ਉਹ ਦੇਖਦੇ ਵੀ ਇੱਥੇ ਕੱਖ ਵੀ ਨਹੀਂ ਹੋ ਸਕਦਾ, ਤੇ ਫਿਰ ਉਹ ਸਾਰਾ ਕੁਝ ਸਮੇਟ ਕੇ ਤੋੜ ਜਾਂਦੇ ਆ। ਇਹ ਹਾਲਤ ਬਣ ਗਈ ਹੈ। ਕੋਈ ਹੁਣ ਐਨਰਾਈਜ਼ ਜਿਹੜਾ ਆ ਪੰਜਾਬ ਦੇ ਵਿੱਚ ਇਨਵੈਸਟ ਨਹੀਂ ਕਰਨਾ ਚਾਹੁੰਦਾ, ਕੋਈ ਨਵੀਂ ਪ੍ਰੋਪਰਟੀ ਨਹੀਂ ਖਰੀਦਣਾ ਚਾਹੁੰਦਾ, ਜਿਹੜੀਆਂ ਪ੍ਰੋਪਰਟੀਆਂ ਹੈ ਉਹ ਸੇਫਲੀ ਉਹ ਵੇਚ ਲੈਣਾ ਚਾਹੁੰਦਾ ਹੈ, ਸਾਰਾ ਕੁਝ ਇੱਥੋਂ ਸਮੇਟ ਕੇ ਜਾਣਾ ਚਾਹੁੰਦਾ ਹੈ। ਇਸ ਸਥਿਤੀ ਇਸ ਵੇਲੇ ਹੈ। ਦਸਾਂਝ ਸਾਹਿਬ, ਮਸਲੇ NRI ਨਾਲ ਹੋਰ ਵੀ ਬੜੇ ਗੰਭੀਰ ਆ। ਜਦੋਂ ਆਪਾਂ ਡਾਟਾ ਦੇਖਦੇ ਆ ਨਾ, ਜਦੋਂ ਦੁਨੀਆ ਭਰ ਦੇ ਵਿੱਚ ਕਿ ਕਿੰਨੇ ਭਾਰਤੀਆਂ ਨੇ ਇੱਕ ਸਾਲ ਦੇ ਵਿੱਚ ਨਾਗਰਿਕਤਾ ਛੱਡੀ, ਹਜ਼ਾਰਾਂ ਦੀ ਗਿਣਤੀ 'ਚ ਨਾਗਰਿਕਤਾ ਛੱਡੀ ਜਾ ਰਹੀ ਆ। ਆਪਣੇ ਲੋਕਾਂ ਨੂੰ ਸੰਭਾਲਣ ਦਾ ਜਾਂ ਉਹਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਸਾਡੀ ਸਰਕਾਰ ਕੋਲ ਕੋਈ ਵੇਲ ਨਹੀਂ ਆ। ਭਾਵੇਂ ਵਿਦੇਸ਼ਾਂ 'ਚ ਵੀ ਬੈਠੇ ਨੇ ਭਾਰਤੀ, ਹੈ ਤੇ ਭਾਰਤੀ ਮੂਲ ਦੇ ਹੀ ਲੋਕ ਨਾ, ਸਾਹ ਤੇ ਉਹਨਾਂ ਦਾ ਉੱਥੇ ਹੀ ਧੜਕਦਾ ਨਾ, ਦਿਲ ਤੇ ਉੱਥੇ ਹੀ ਧੜਕਦਾ ਹੁੰਦਾ, ਜਿੱਦਾਂ ਤੁਸੀਂ ਸ਼ੁਰੂ 'ਚ ਕਿਹਾ। ਇੰਨੇ ਭੈੜੇ ਹਾਲਾਤਾਂ ਦੇ ਬਾਵਜੂਦ ਵੀ ਖਾਸ ਕਰਕੇ ਪੰਜਾਬੀਆਂ ਦਾ ਦਿਲ ਪੰਜਾਬ 'ਚ ਧੜਕਦਾ ਆ, ਤੇ ਉੱਥੇ ਵਾਲੇ ਜਿਹੜੇ ਆ ਉਹਨਾਂ ਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਕਿ ਹਰ ਸਾਲ ਕਿੰਨੇ ਲੋਕ ਭਾਰਤ ਦੀ ਨਾਗਰਿਕਤਾ ਛੱਡ ਰਹੇ ਆ। ਅਜੇ ਅਸੀਂ ਤੇ ਜਿੰਨਾ ਚਿਰ ਜੀਨੇ ਆ ਜਾਂ ਸਾਡੇ ਬੱਚੇ ਜਿਹੜੇ ਇੰਡੀਆ ਤੋਂ ਗਏ ਆ, ਉਹ ਥੋੜੀ ਦੇਰ ਪਛਾਣ ਰੱਖਣਗੇ। ਜਿਹੜੀਆਂ ਗਾਂਹ ਸਾਡੀਆਂ ਆਉਣ ਵਾਲੀਆਂ ਨਸਲਾਂ ਹੋਣਗੀਆਂ, ਉਹਨਾਂ ਨੂੰ ਕੀ ਪਤਾ ਭਾਰਤ ਕੀ ਆ। ਅਸੀਂ ਵੇਖਦੇ ਆ ਇੱਥੇ ਉਹ ਘਾਨਾ ਤੋਂ ਆਏ ਹੋਏ ਲੋਕਾਂ ਨੂੰ, ਜਾਂ ਭਾਰਤੀ ਮੂਲ ਦੇ ਹੀ ਲੋਕ ਨੇ, ਉਹਨਾਂ ਨੂੰ ਨਾ ਪੰਜਾਬੀ ਆਉਂਦੀ, ਨਾ ਹਿੰਦੀ ਆਉਂਦੀ ਆ, ਨਾ ਅੰਗਰੇਜ਼ੀ ਆਉਂਦੀ, ਕੁਛ ਨਹੀਂ ਆਉਂਦਾ। ਕੋਈ ਅਜੀਬ ਜੀ ਇੱਕ ਨਸਲ ਪੈਦਾ ਹੋ ਗਈ ਇੱਥੇ। ਝੰਡਾ ਜ਼ਰੂਰ ਉਹਦੇ ਮਾਤਾ ਦਾ ਅਜੇ ਵੀ ਉਹਨਾਂ ਦੇ ਘਰਾਂ ਦੇ ਬਾਹਰ ਲੱਗਾ, ਕਦੀ ਕਦੀ ਦਿਖ ਪੈਂਦਾ। ਉਹ ਤੋਂ ਪਤਾ ਲੱਗਦਾ ਕਿ ਕਿਤੇ ਨਾ ਕਿਤੇ ਇਹਨਾਂ ਦੇ ਰੂਟਸ ਉੱਥੇ ਨੇ। ਤੇ ਜੇ ਸਾਡੀਆਂ ਸਰਕਾਰਾਂ ਇਸ ਤਰ੍ਹਾਂ ਵੇਸਲੀਆਂ ਰਹੀਆਂ, ਅਸੀਂ ਲੋਕ ਨਾਗਰਿਕਤਾ ਹੀ ਛੱਡਦੇ ਰਹੇ, ਕਿਉਂ ਨਹੀਂ ਡਿਊਲ ਨਾਗਰਿਕਤਾ ਮਿਲ ਸਕਦੀ? ਪਾਕਿਸਤਾਨ ਵਰਗਾ ਮੁਲਕ ਦੇ ਸਕਦਾ, ਗੁਆਂਢ ਬੈਠਾ, ਕੈਨੇਡਾ ਅਮਰੀਕਾ ਇੱਕ ਦੂਜੇ ਨੂੰ ਦੇ ਸਕਦੇ ਆ, ਤੇ ਭਾਰਤ ਨੂੰ ਕੀ ਤਕਲੀਫ ਹੈ ਜੀ ਦੂਰੀ ਨਾਗਰਿਕਤਾ ਦੇਣ ਦੀ? ਕੀ ਨੁਕਸਾਨ ਕਰ ਦੇਣਗੇ NRI? ਉਹਨਾਂ ਦਾ ਕੋਈ ਭਲਾ ਹੀ ਕਰ ਦੇਣਗੇ ਨਾ, ਕੋਈ ਚਾਰ ਪੈਸੇ ਹੀ ਲੈ ਕੇ ਆਉਣਗੇ। ਜੇ ਦੂਰੀ ਨਾਗਰਿਕਤਾ ਮਿਲ ਜਾਂਦੀ ਆ, ਵੋਟ ਦਾ ਹੱਕ ਮਿਲ ਜਾਂਦਾ ਆ, ਤਕਲੀਫ ਤੇ ਇਹੋ ਹੀ ਆ ਨਾ ਕਿ ਜੇ ਵੋਟ ਦਾ ਹੱਕ ਮਿਲ ਗਿਆ ਤੇ ਫਿਰ ਇਹ ਲੋਕ ਸਾਡੀ ਪਲਟੀ ਵੀ ਲਵਾ ਦੇਣਗੇ, ਕਿਉਂਕਿ ਬਾਹਰ ਚਲ ਗਏ, ਇਹਨੂੰ ਸਮਝ ਆ ਉੱਥੇ ਕੀ ਆ। ਅਸੀਂ ਇਹਨਾਂ ਨੂੰ ਬਹੁਤਾ ਬੁੱਧੂ ਨਹੀਂ ਬਣਾ ਸਕਦੇ। ਸ਼ਾਇਦ ਇਹ ਪਾਲਾ ਕਿਤੇ ਨਾ ਕਿਤੇ ਉਹਨਾਂ ਦੇ ਅੰਦਰ ਹੋਏਗਾ, ਡਰ ਹੋਏਗਾ, ਇਸ ਕਰਕੇ, ਜਾਂ ਹੋਰ ਕੀ ਕਾਰਨ ਆ। ਜਿਸ ਤਰੀਕੇ ਨਾਲ ਲੋਕ ਨਾਗਰਿਕਤਾ ਭਾਰਤ ਦੀ ਛੱਡ ਰਹੇ ਆ, ਬੜੇ ਦੁਖੀ ਮਨ ਨਾਲ ਛੱਡਦੇ ਆ। ਜਦੋਂ ਆ ਕੇ ਸਾਨੂੰ ਸਹੁੰ ਚੁੱਕਣੀ ਪੈਂਦੀ ਆ ਕਿ ਅਸੀਂ ਉਸ ਮਹਾਰਾਣੀ ਦੇ ਵਫਾਦਾਰ ਰਹਾਂਗੇ, ਉਹਦੀ ਆਉਣ ਵਾਲੀ ਔਲਾਦ ਦੇ ਵੀ ਵਫਾਦਾਰ ਰਵਾਂਗੇ, ਤੇ ਜੇ ਭਾਰਤ ਦੂਰੀ ਨਾਗਰਿਕਤਾ ਦੇ ਦੇ ਤੇ ਸ਼ਾਇਦ ਅਸੀਂ ਥੋੜ੍ਹੇ ਜਿਹੇ ਹੋਰ ਇੱਜ਼ਤ ਨਾਲ ਜੀ ਸਕੀਏ।
ਕਿਉਂ ਨਹੀਂ ਦਿੰਦੇ ਦੂਰੀ ਨਾਗਰਿਕਤਾ? ਕੀ ਡਰ ਨੇ ਉਹਦੇ ਪਿੱਛੇ? ਥੋੜਾ ਜਿਹਾ ਇਹਨੂੰ ਵੀ ਦੱਸਿਓ। ਨਹੀਂ, ਡਰ ਤਾਂ ਤੁਸੀਂ ਦੱਸ ਹੀ ਦਿੱਤੇ ਆ ਵੀ ਹਾਂ, ਕਿਉਂਕਿ ਜਦੋਂ ਤੁਸੀਂ ਬਾਹਰ ਜਾਂਦੇ ਹੋ, ਵਿਦੇਸ਼ਾਂ ਜਾਂਦੇ ਹੋ, ਉਹਨਾਂ ਦਾ ਜਿਹੜਾ ਜਿਸ ਤਰ੍ਹਾਂ ਦਾ ਸੈਟਅਪ ਹੈ, ਜਿਸ ਤਰ੍ਹਾਂ ਦਾ ਸਿਸਟਮ ਹੈ, ਉਹਦੇ 'ਚ ਤੁਸੀਂ ਰਮਦੇ ਹੋ ਤੇ ਦੇਖਦੇ ਹੋ ਵੀ ਕਿੰਨਾ ਜ਼ਮੀਨ ਅਸਮਾਨ ਦਾ ਫਰਕ ਹੈ। ਭਾਵੇਂ ਕੋਈ ਇਹ ਨਹੀਂ ਹੈ ਕਿ ਮਾਡਲ ਦੇ ਤੌਰ ਤੇ ਅਸੀਂ ਇਸ ਗੱਲ ਨੂੰ ਸਾਹਮਣੇ ਰੱਖ ਰਹੇ ਹਾਂ ਵੀ ਕੈਨੇਡਾ ਜਾਂ ਅਮਰੀਕਾ ਜਾਂ ਇੰਗਲੈਂਡ ਜਾਂ ਕਿਸੇ ਜਿਹੜੇ ਵਿਕਸਿਤ ਮੁਲਕ ਦੇ ਵਿੱਚ ਜਿਹੜੇ ਪ੍ਰਬੰਧ ਨੇ ਉਹ ਬਹੁਤ ਹੀ ਜ਼ਿਆਦਾ ਚੰਗੇ ਪ੍ਰਬੰਧ ਨੇ, ਪਰ ਮੁਕਾਬਲਤਨ ਭਾਰਤ ਦੇ ਮੁਕਾਬਲੇ ਦੇ ਵਿੱਚ ਉਸ ਬਿਹਤਰ ਹਾਲਾਤ ਦੇ ਵਿੱਚ ਜੂਨ ਦਾ ਤੁਹਾਨੂੰ ਤੁਸੀਂ ਇੱਕ ਆਨੰਦ ਜਿਹੜਾ ਮਾਣਦੇ ਹੋ ਤੇ ਉਹ ਸਮਝ ਆਉਂਦੀ ਹੈ ਤੁਹਾਨੂੰ ਵੀ ਹਾਂ ਵੀ ਕਿੱਥੇ ਕੀ ਕੁਝ ਗਲਤ ਹੋ ਰਿਹਾ ਹੈ। ਫਿਰ ਤੁਹਾਨੂੰ ਆਪਣੇ ਮੁਲਕ ਵੱਲ ਪਰਤ ਕੇ ਜਦੋਂ ਤੁਸੀਂ ਦੇਖਦੇ ਹੋ ਕਿ ਇਹ ਸਾਡੇ ਮੁਲਕ 'ਚ ਕਿਉਂ ਨਹੀਂ ਹੋ ਸਕਦਾ। ਇਹ ਜਿਹੜੀ ਜਾਗਰੂਕਤਾ ਹੈ ਸਿਸਟਮ ਦੇ ਵਿੱਚ ਰਹਿੰਦਿਆਂ ਹੋਇਆ, ਉਹ ਫਿਰ ਜਾਗਰੂਕਤਾ ਜੇ ਉਹਦੀ ਜਾਗਰੂਕਤਾ ਤੁਹਾਨੂੰ ਮਿਲਦੀ ਹੈ ਲਾਜ਼ਮੀ ਤੌਰ ਦੇ ਉੱਤੇ ਉਹ ਭਾਰਤ ਵਰਗੇ ਮੁਲਕ ਦੇ ਵਿੱਚ ਤੁਹਾਡੀ ਇਹ ਜਾਗਰੂਕਤਾ ਜਿਹੜੀ ਆ ਉਹ ਭਾਰਤ ਦੀਆਂ ਮੌਜੂਦਾ ਪਰਿਸਥਿਤੀਆਂ ਨੂੰ ਬਦਲ ਦੇਣ ਦੇ ਵਿੱਚ ਜਿਹੜਾ ਕਿਤੇ ਨਾ ਕਿਤੇ ਕੰਮ ਆਏਗੀ। ਤੇ ਇਹ ਤਾਂ ਡਰ ਤਾਂ ਰਹੇਗਾ ਕਿਉਂਕਿ ਐਨਰਾਈਜ਼ ਦਾ ਜਿਸ ਕਿਸਮ ਦੀ ਵਾਲਾ ਮਾਹੌਲ ਵੀ ਰਿਹਾ, ਮਤਲਬ ਜੇ ਪੰਜਾਬ ਦੇ ਹਵਾਲੇ ਨਾਲ ਹੀ ਕਰੀਏ ਤੇ 2017 ਦੀਆਂ ਚੋਣਾਂ ਤੱਕ ਐਨਰਾਈਜ਼ ਦੀ ਪੰਜਾਬ ਦੀ ਸਿਆਸਤ ਦੇ ਵਿੱਚ ਬਹੁਤ ਵੱਡੀ ਦਿਲਚਸਪੀ ਰਹੀ ਹੈ। 2017 ਦੀ ਚੋਣ ਦੇ ਵਿੱਚ ਜਹਾਜ਼ਾਂ ਦੇ ਜਹਾਜ਼ ਭਰ ਕੇ ਪੰਜਾਬ ਦੇ ਵਿੱਚ ਆ ਰਹੀ ਸੀ ਪੰਜਾਬੀ ਐਨਰਾਈਜ਼ ਦੇ, ਤੇ ਉਹਨਾਂ ਨੇ ਪੰਜਾਬ ਦੇ ਵਿੱਚ ਬਦਲਾਅ ਦੀ ਇੱਕ ਜਿਹੜੀ ਲਹਿਰ ਉੱਠੀ ਸੀ ਉਹਨੂੰ ਸਪੋਰਟ ਕੀਤਾ ਸੀ। ਵੱਖਰੀ ਗੱਲ ਹੈ ਕਿ ਉਹ ਮਨਚਾਹੇ ਨਤੀਜੇ ਉਦੋਂ ਨਹੀਂ ਸੀ ਆ ਸਕੇ ਤੇ ਉਸ ਤੋਂ ਬਾਅਦ ਸਥਿਤੀਆਂ ਉਲਟ ਗਈਆਂ। ਲੋਕ ਨਿਰਾਸ਼ ਹੋਏ ਕਿਉਂਕਿ ਜਿਹੜੇ ਬਦਲ ਦੇਣ ਦੇ ਦਾਅਵੇ ਕਰਨ ਵਾਲੇ ਲੋਕ ਸੀ ਉਹਨਾਂ ਦਾ ਵਿਹਾਰ ਵੀ ਉਹਨਾਂ ਨੇ ਦੇਖਿਆ ਤੇ ਐਨਰਾਈਜ਼ ਜਿਹੜੇ ਆ ਉਹਨਾਂ ਦਾ ਮਨ ਉਚਾਟ ਹੋਇਆ। ਇਹ ਹਾਲਾਤ ਨਹੀਂ ਹੋ ਗਏ ਵੀ 2022 ਦੇ ਵਿੱਚ 11 ਤੋਂ 12 ਦੇ ਕਰੀਬ ਜਿਹੜੇ ਐਨਰਾਈਜ਼ ਸੀਗੇ ਉਹਨਾਂ ਨੇ ਵੋਟ ਰਜਿਸਟਰਡ ਕਰਾਈ ਸੀ ਕਿ ਅਸੀਂ ਵੋਟ ਪਾਉਣੀ ਹੈ 2022 ਦੀ ਵਿਧਾਨ ਸਭਾ ਚੋਣਾਂ 'ਚ, ਤੇ ਵੋਟ 100 ਤੋਂ ਵੀ ਇਹਨਾਂ ਨੇ ਜਿਹਨਾਂ ਨੇ ਵੋਟ ਕੀਤਾ। ਸੋ ਇਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕਰਕੇ ਪੋਲੀਟੀਕਲ ਜਿਹੜੀ ਕਲਾਸ ਹੈਗੀ ਆ ਉਹ ਨਹੀਂ ਚਾਹੁੰਦੀ ਕਿ ਇਹ ਦੋਹਰੀ ਨਾਗਰਿਕਤਾ ਵਾਲੇ ਮਾਮਲੇ ਦੇ ਵਿੱਚ ਐਨਰਾਈਜ਼ ਜਿਹੜੇ ਆ ਉਹਨਾਂ ਨੂੰ ਬਹੁਤ ਵੱਡਾ ਦਖਲ ਸਾਡੇ ਤੋਂ ਆਵੇ, ਸਾਡੇ ਦੇਸ਼ ਦੇ ਵਿੱਚ ਬਦਲਾਅ ਦਾ ਜਿਹੜਾ ਕੋਈ ਫਿਊਚਰ ਵੀ ਜਿਹੜਾ ਕੋਈ ਇੱਕ ਲਹਿਰ ਚੱਲ ਰਹੀ ਹੈ ਕਿ ਉਹਦਾ ਪਾਰਟ ਐਨਰਾਈਜ਼ ਬਣਦੇ ਆ ਤੇ ਨੁਕਸਾਨ ਹੋਏਗਾ। ਸੋ ਦੋਹਰੀ ਨਾਗਰਿਕਤਾ ਇੱਕ ਵੱਡਾ ਮਸਲਾ ਹੈ ਜਿੱਥੇ ਸਰਕਾਰ ਨੂੰ ਜ਼ਰੂਰ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਸਪਸ਼ਟ ਨੀਤੀ ਅਪਣਾਉਣੀ ਪਏਗੀ, ਪਰ ਸਰਕਾਰ ਚਲਾਉਣ ਵਾਲੇ ਜਿਹੜੇ ਲੋਕ ਹੈ ਉਹਨਾਂ ਦੀ ਨੀਤੀ ਤੇ ਨੀਅਤ ਦੇ ਵਿੱਚ ਖੋਟ ਹੈ, ਆਪਾਂ ਨੂੰ ਪਤਾ ਹੈ, ਜਿਹਦੇ ਕਰਕੇ ਇਹ ਜੋ ਜਿਹੜੀਆਂ ਸਮੱਸਿਆਵਾਂ ਬਣੀਆਂ ਹੋਈਆਂ। ਜੀ ਦਸਾਂਝ ਸਾਹਿਬ, ਥੋੜ੍ਹਾ ਜਿਹਾ ਅਗਲੀ ਖਬਰ ਵੱਲ ਵੱਧਦੇ ਹਾਂ। ਪੁਰਾਣੇ ਉਹਨਾਂ ਹਾਕਮਾਂ ਦੀ ਵੀ ਗੱਲ ਕਰ ਲਈਏ ਜਿਹੜੇ ਅੱਜ ਕਹਿੰਦੇ ਆ ਕਿ ਅਸੀਂ ਡਰਦੇ ਨਹੀਂ ਇਸ ਸਰਕਾਰ ਕੋਲੋਂ, ਈਡੀ ਊਡੀ ਦਾ ਸਾਨੂੰ ਪਰਵਾਹ ਨਹੀਂ, ਰਾਹੁਲ ਗਾਂਧੀ ਦੇ ਸਾਨੂੰ ਡਰਾ ਨਹੀਂ ਸਕਦੇ ਤੁਸੀਂ। ਤੇ ਉਹਨਾਂ ਦੇ ਵੇਲਿਆਂ 'ਚ ਭਾਵੇਂ ਉਹ ਆਪ ਛੋਟੇ ਸੀ ਉਦੋਂ, ਤੇ ਸਰਕਾਰਾਂ ਜਿਹੜੀਆਂ ਚੱਲਦੀਆਂ ਰਹੀਆਂ 38 ਵਰ੍ਹੇ ਹੋ ਗਏ ਆ ਜਿਹੜੇ ਦਿੱਲੀ 'ਚ ਫਸਾਦ ਕੀਤੇ ਸੀ ਕਾਂਗਰਸੀਆਂ ਨੇ, ਜੋ ਕੁਝ ਕੀਤਾ। ਕਾਨਪੁਰ ਵਾਲਾ ਕੇਸ ਇੱਕ ਸਾਹਮਣੇ ਆ ਰਿਹਾ ਕਿ ਉੱਥੋਂ ਦਾ ਇੱਕ ਮੰਤਰੀ ਸੀਗਾ ਜੀ ਸ਼ਿਵਨਾਥ ਕੁਸ਼ਵਾਹਾ ਤੇ ਉਹਦਾ ਭਤੀਜਾ ਰਾਗਿੰਦਰ ਕੁਸ਼ਵਾਹਾ, ਉਹਨਾਂ ਦੇ ਉੱਤੇ ਇੱਕ ਕੇਸ ਚੱਲ ਰਿਹਾ ਸੀਗਾ ਜਿਹੜੇ ਇੱਕ ਪਰਿਵਾਰ ਦੇ 7 ਲੋਕਾਂ ਨੂੰ ਇੱਕ ਜਗ੍ਹਾ ਮਾਰਿਆ ਤੇ 5 ਨੂੰ ਇੱਕ ਜਗ੍ਹਾ ਮਾਰਿਆ ਤੇ ਸਾਰੀ ਭੀੜ ਉਹ ਲੈ ਕੇ ਆਏ ਸੀਗੇ। ਤੇ ਉਹ ਬੰਦੇ ਹੁਣ ਲੱਭ ਹੀ ਨਹੀਂ ਰਹੇ। ਤੇ 38 ਸਾਲਾਂ ਬਾਅਦ ਸਾਡੀ ਕੋਰਟ ਪਤਾ ਕੀ ਕਹਿੰਦੀ ਆ ਕਿ 50,000 ਦਾ ਨਾਮ ਰੱਖ ਦਿੱਤਾ ਉਹਦੇ ਭਤੀਜੇ ਤੇ, ਜੇ ਉਹਦਾ ਪਤਾ ਲੱਗੇ ਤਾਂ ਸਾਨੂੰ ਦੱਸ ਦਿਓ। 38 ਸਾਲ ਤੇ ਫਿਰ ਲਾਹਨਤੀ ਕਹਾਂਗੇ ਨਾ ਇਸ ਸਿਸਟਮ ਨੂੰ, ਹੋਰ ਕੀ ਕਹਾਂਗੇ? ਜਿਹਨੂੰ ਅਜੇ ਤੱਕ ਦਿੱਲੀ ਦੰਗੇ ਕਹੀ ਜਾਂਦੇ ਆ, ਤੇ ਫਿਰ ਜੇ ਥੋੜੇ ਜਿਹੀਆਂ ਖਾਲਿਸਤਾਨੀ ਧਿਰਾਂ ਨੂੰ ਨਸ਼ਲਕੁਸ਼ੀ ਕਹਿੰਦੀਆਂ ਨੇ ਤੇ ਫਿਰ ਉਹ ਤੇ ਹੱਕ ਬਨਾਜਬ ਹੋ ਜਾਂਦੇ ਆ ਨਾ, ਸਹੀ ਕਹਿੰਦੇ ਆ। ਫਿਰ ਉਹ ਕਿਤੇ ਨਾ ਕਿਤੇ ਚੀਜ਼ਾਂ ਜਿਹੜੀਆਂ ਨੇ ਭਾਵੇਂ ਹਾਕਮ ਅੱਜ ਦੇ ਨੇ ਤੇ ਭਾਵੇਂ ਕੱਲ੍ਹ ਵਾਲੇ ਨੇ, ਲਗਭਗ ਇੱਕੋ ਜਿਹੀ ਇਹਨਾਂ ਦੀਆਂ ਕਰਤੂਤਾਂ ਰਹੀਆਂ ਨੇ ਤੇ ਉਹੋ ਹੀ ਕੁਝ ਅੱਜ ਚੱਲ ਰਿਹਾ ਜੋ 38 ਸਾਲ ਪਹਿਲਾਂ ਹੋਇਆ, ਜਿਹਦੇ ਲਈ ਕੋਈ ਇਨਸਾਫ ਲਈ ਕੋਈ ਥਾਂ ਨਹੀਂ ਬਚੀ। ਆ ਦੇਖੋ, ਪਤਾ ਕੀ ਤੁਸੀਂ ਕਹਿ ਹੀ ਦਿੱਤਾ, ਵੈਸੇ ਤਾਂ ਆਪ ਹੀ ਦੱਸ ਦਿੱਤਾ। ਉਹ ਜੋ ਕੁਝ ਹੋਇਆ ਉਹ 84 ਦੇ ਵਿੱਚ ਜਿਹਨੂੰ ਦੰਗਿਆਂ ਦੀ ਮੁਹਾਰਨੀ ਜਿਹੜੀ ਇਸ ਹਿਸਾਬ ਨਾਲ ਮਤਲਬ ਦਿੱਤੀ ਗਈ ਹੈ ਕਿ ਕਾਮਨ ਬੰਦਾ ਵੀ ਜਿਹੜਾ ਆ ਉਹ ਜਿਹਦੇ ਮਨ 'ਚ ਇਹ ਹੈ ਵੀ ਹਾਂ ਵੀ ਇਹ ਕਤਲੇਆਮ ਸੀ, ਉਹ ਵੀ ਦੰਗਾ ਲਫ਼ਜ਼ ਹੀ ਵਰਤਣ ਲੱਗ ਪੈਂਦਾ। ਮੀਡੀਆ ਦੇ ਵਿੱਚ ਵੀ ਦੰਗਾ ਦੇ ਲਫ਼ਜ਼ ਜਿਹੜਾ ਹੈ ਇਹਨੂੰ ਜਾਣੀ ਏਦਾਂ ਰਟਾ ਦਿੱਤਾ ਗਿਆ
ਵੀ ਜਿਹਨੂੰ ਸਮਝ ਵੀ ਹੈਗੀ ਆ ਵੀ ਇਹ ਦੰਗਾ ਨਹੀਂ ਸੀ, ਦੰਗੇ ਦੀ ਪਰਿਭਾਸ਼ਾ ਹੀ ਹੋ ਗਈ ਹੈ। ਦੰਗਾ ਜਿਹੜਾ ਦੋਵਾਂ ਪਾਸੇ ਤੋਂ ਹੁੰਦਾ, ਇਹ ਆਰਗੇਨਾਈਜ਼ਡ ਆਪਣੇ ਆਪ ਨੂੰ ਜਿਹੜਾ ਦਿੱਲੀ ਚ ਹੋਇਆ ਜਾਂ ਬਾਕੀ ਥਾਵਾਂ ਚ ਹੋਇਆ ਜਿਹੜਾ ਇੰਦਰਾ ਗਾਂਧੀ ਦੇ ਮਰਡਰ ਤੋਂ ਬਾਅਦ। ਸੋ ਇਹ ਸਾਰੇ ਮਾਮਲੇ ਜਿਹੜੇ ਆ ਉਹਦੇ ਚ ਅਸੀਂ ਇਹ ਦੇਖ ਰਹੇ ਹਾਂ ਵੀ ਇਨਵੋਲਵਮੈਂਟ ਦਾ ਜਿੱਥੇ ਤੱਕ ਮਾਮਲਾ ਹੈਗਾ, ਕਾਂਗਰਸ ਦੀ ਆਪਸੀ ਗੱਲ ਕੀਤੀ ਹੈ, ਜਿਹੜੇ ਅੱਜ ਇਸ ਸੱਤਾ ਦੇ ਵਿੱਚ ਆ, ਹੁਕੂਮਤ ਚ ਹੈ, ਨਾ ਭਾਵੇਂ ਕਾਂਗਰਸ ਦਾ ਹੀ ਲੱਗਣਾ ਸੀ ਕਿ ਸੱਤਾ ਉਹਨਾਂ ਕੋਲ ਇੰਦਰਾ ਗਾਂਧੀ ਮਰਡਰ ਤੋਂ ਬਾਅਦ ਹੋਇਆ, ਇਹ ਲੋਕ ਵੀ ਜਿਹੜੇ ਆ ਸਿੱਧੇ ਤੌਰ ਤੇ ਉਹਦੇ ਸ਼ਾਮਲ ਸੀਗੇ। RSS ਦੀ ਭੂਮਿਕਾ ਜਿਹੜੀ ਆ ਉਹਨੂੰ ਬਿਲਕੁਲ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। RSS ਦੇ ਜਿਹੜੇ ਸਵੈਮ ਸੇਵਕ ਹੈ ਉਹਨਾਂ ਨੇ ਵੀ ਪੂਰੀ ਜਿਹੜੀ ਇਹਦੇ ਚ ਇਨਵੋਲਵਮੈਂਟ ਰੱਖੀ ਹੈ ਬਕਾਇਦਾ। ਤੇ ਜਿੱਥੋਂ ਤੱਕ ਫਿਰ ਸਟੇਟ ਦਾ ਮਾਮਲਾ ਹੁੰਦਾ ਹੈ ਵੀ ਸਟੇਟ ਫਿਰ ਸਟੇਟ ਸਪਾਂਸਰਡ ਵਾਇਲੈਂਸ ਸੀ ਇਹ ਜਾਂ ਕਤਲੇਆਮ ਸੀ, ਇਸ ਕਰਕੇ ਸਟੇਟ ਨੇ ਫਿਰ ਆਪਣੇ ਉਹਨਾਂ ਲੋਕਾਂ ਨੂੰ ਬਚਾਉਣਾ ਵੀ ਹੁੰਦਾ। ਇਸੇ ਕਰਕੇ 38 ਸਾਲ ਤੋਂ ਕੋਈ ਇਨਸਾਫ ਨਹੀਂ। ਪੁਲਿਸ ਤੇ ਐਡਮਿਨਿਸਟ੍ਰੇਸ਼ਨ ਤੇ ਸਰਕਾਰ ਤੇ ਵੱਡਾ ਸਵਾਲ ਹੈ ਕਿ 38 ਸਾਲ ਜਿਹੜੇ ਲੋਕ ਲੱਭਦੇ ਨਹੀਂ, ਹੁਣ ਫਿਰ ਅਦਾਲਤ ਉਹਨਾਂ ਤੇ ਜਿੱਤੇ ਨਾਮ ਰੱਖਣ ਦੀ ਗੱਲ ਕਰਦੀ ਹੈ। ਓਵਰਆਲ ਅਸੀਂ ਸਮਝਦੇ ਹਾਂ ਕਿ ਜਿਹੜੇ ਜ਼ਿੰਮੇਵਾਰ ਲੋਕ ਸੀ, ਜਿਹੜੇ ਚਿਹਰੇ ਸਾਨੂੰ ਕੁਝ ਦਿਖਾਈ ਦਿੱਤੇ, ਉਹਨਾਂ ਚਿਹਰਿਆਂ ਨੂੰ ਬਕਾਇਦਾ ਡਿਊਟੀਜ਼ ਉਹਨਾਂ ਦੀਆਂ ਲਾਈਆਂ ਗਈਆਂ ਸੀ, ਸਟੇਟ ਵੱਲੋਂ ਲੱਗੀਆਂ ਸੀ। ਜਦੋਂ ਕੋਈ ਰਾਜੀਵ ਗਾਂਧੀ ਵਰਗਾ ਬੰਦਾ ਇਹ ਕਹਿ ਦਿੰਦੇ ਕਿ ਜਦੋਂ ਵੱਡਾ ਕੋਈ ਦਰਖਤ ਡਿੱਗਦਾ ਤੇ ਧਰਤੀ ਹਿੱਲਦੀ ਹੋਈ ਹੈ, ਉਹਦੀ ਵਾਜਬੀਅਤ ਕਰ ਦੇਵੇ ਵਾਇਲੈਂਸ ਦੀ, ਹਿੰਸਾ ਦੀ ਤੇ ਕਤਲੇਆਮ ਦੀ, ਤੇ ਲਾਜ਼ਮੀ ਹੈ ਵੀ ਇਹ ਸਥਿਤੀ ਬਣਨੀ ਹੈ। ਤੁਸੀਂ ਪਾਕਿਸਤਾਨ ਸਾਹਿਬ ਦਾ ਸ਼ੇਰ ਆ ਜਾਂਦਾ ਯਾਦ, ਇਸ ਅਦਾਲਤ ਚ ਬੰਦੇ ਬਿਲਕੁਲ ਹੋ ਗਏ, ਫੈਸਲੇ ਸੁਣਦਿਆਂ ਸੁੱਕ ਗਏ, ਆਖੋ ਇਹਨਾਂ ਨੂੰ ਆਪਣੇ ਘਰੀ ਜਾਣ, ਕਦੋਂ ਤੀਕ ਇੱਥੇ ਖੜੇ ਰਹਿਣਗੇ। ਸੋ ਅਲਟੀਮੇਟਲੀ ਹਾਲਾਤ ਜਿਹੜੇ ਸਾਡੇ ਸਾਹਮਣੇ ਹੈ, ਸਟੇਟ ਜਿਹੜੀ ਹੈ ਉਹਦਾ ਕਿਰਦਾਰ ਜਿਹੜਾ ਉਹ ਸਾਡੇ ਸਾਹਮਣੇ ਸਪਸ਼ਟ ਰੂਪ ਦੇ ਵਿੱਚ ਦਿਖਾਈ ਦੇ। ਦਸਾਂਝ ਸਾਹਿਬ, ਜਦੋਂ ਆਪਣੇ ਅਦਾਲਤੀ ਢਾਂਚੇ ਦੀਆਂ ਗੱਲਾਂ ਕਰਦੇ ਹਾਂ ਤੇ ਸਾਡੇ ਮੌਜੂਦਾ ਜਿਹੜੇ ਚੀਫ ਜਸਟਿਸ ਨੇ ਰਮੰਨਾ ਸਾਹਿਬ, ਇਹਨਾਂ ਦਾ ਜਿਹੜਾ ਪੀਰੀਅਡ ਲੰਘਿਆ ਉਹ ਥੋੜ੍ਹਾ ਜਿਹਾ ਲੋਕਾਂ ਨੂੰ ਚੰਗਾ ਲੱਗਿਆ ਕਿ ਉਹਨਾਂ ਨੇ ਕੁਝ ਇੱਕ ਮੁੱਦਿਆਂ ਦੇ ਉੱਤੇ ਸਹੀ ਸਟੈਂਡ ਲਿਆ। ਤੇ ਕੱਲ ਪਰਸੋਂ ਹੀ ਅਜੇ ਭਾਰਤ ਦੀ ਸਰਕਾਰ ਨੇ ਕਿਹਾ ਸੀਗਾ ਜਿਹੜਾ ਪ੍ਰਥਾ ਹੈ ਉੱਥੇ ਜਾਂ ਜਿਹੜੀ ਮਰਿਆਦਾ ਜਾਂ ਜਿਹੜਾ ਸਿਸਟਮ ਆ ਕਿ ਜਿਹੜਾ ਆਉਣ ਵਾਲਾ ਚੀਫ ਜਸਟਿਸ ਹੈ ਉਹਦਾ ਰਿਕਮੈਂਡੇਸ਼ਨ ਕਰ ਜੋ। ਤੇ ਉੱਦਾਂ ਚੋਣ ਚਾਣ ਤੇ ਖੈਰ ਸਰਕਾਰਾਂ ਆਪ ਹੀ ਕਰਦੀਆਂ, ਇੱਕ ਫਾਰਮੈਲਿਟੀ ਹੁੰਦੀ ਆ ਕਿ ਪਹਿਲਾਂ ਜਿਹੜਾ ਹੁੰਦਾ ਚੀਫ ਜਸਟਿਸ ਉਹ ਰਿਕਮੈਂਡ ਕਰਦਾ, ਤੇ ਉਹਨਾਂ ਜਿਹੜੇ ਬੰਦੇ ਦਾ ਨਾਂ ਰਿਕਮੈਂਡ ਕੀਤਾ ਉਹਨਾਂ ਦਾ ਪੀਰੀਅਡ 3 ਮਹੀਨੇ ਆ ਸਾਰਾ, ਤੇ 3 ਕੁ ਮਹੀਨਿਆਂ 'ਚ ਚੰਨੀ ਸਾਹਿਬ ਵੀ ਨਹੀਂ ਕੁਝ ਕਰ ਸਕੇ ਮੈਨੂੰ ਲੱਗਦਾ, ਤੇ 3 ਕੁ ਮਹੀਨਿਆਂ 'ਚ ਚੀਫ ਜਸਟਿਸ ਨਵੇਂ ਵੀ ਕੀ ਕਰਨਗੇ। ਸ਼ਾਇਦ ਸਰਕਾਰ ਕੋਲੇ ਬਹਾਨਾ ਹੋਵੇ ਕਿ ਉਹ ਜਿਹੜਾ ਉਹਨਾਂ ਰਿਕਮੈਂਡ ਕੀਤਾ ਉਹਦਾ ਟਾਈਮ ਨਹੀਂ ਹੈਗਾ ਤੇ ਇਹਦੇ ਕਰਕੇ ਅਸੀਂ ਕਿਸੇ ਦੂਜੇ ਨੂੰ ਬਣਾਉਣਾ ਚਾਹੁੰਦੇ ਹਾਂ। ਕੋਈ ਇਸ ਤਰ੍ਹਾਂ ਦੀ ਗੱਲ ਵੀ ਹੋ ਸਕਦੀ ਹੈ? ਨਹੀਂ, ਇਹ ਤਾਂ ਹੈ, ਉਹਨਾਂ ਨੇ ਜਿਹੜਾ ਨਾਂ ਰਿਕਮੈਂਡ ਕੀਤਾ ਉਹਦੇ ਉਮੀਦ ਗਲਤ ਹੈ। ਤੇ ਜਦੋਂ ਤੁਸੀਂ ਜ਼ਿਕਰ ਕੀਤਾ ਕਿ ਉਹਨਾਂ ਦੇ ਤਾਂ ਹੈ ਹੀ 3 ਮਹੀਨੇ ਦੇ ਵਿੱਚ ਤਾਂ ਕੀ ਜਿਹੜੀ ਆ ਸਥਿਤੀ ਤਬਦੀਲੀ ਤਾਂ ਕੋਈ ਆਉਣੀ ਨਹੀਂ ਹੁੰਦੀ। ਸੋ ਮੈਨੂੰ ਲੱਗਦਾ ਕਿ ਸਰਕਾਰ ਆਪਣੇ ਲੈਵਲ ਤੇ ਕੋਈ ਨਵਾਂ ਨਾਂ ਵੀ ਦੇ ਸਕੇਗੀ ਤੇ ਬਹਾਨਾ ਵੀ ਹੋ ਸਕੇਗਾ ਵੀ ਉਹਦਾ ਸਮਾਂ ਘੱਟ ਹੈ। ਕਈ ਵਾਰੀ ਆ ਸਮਾਂ ਘੱਟ ਦੇ ਉੱਤੇ ਵੀ ਕਈ ਵਾਰੀ ਚੱਲ ਜਾਂਦੇ, ਕਹਿੰਦੇ ਵੀ ਜਦੋਂ ਕਈ ਡਿਪਾਰਟਮੈਂਟ ਏਦਾਂ ਦੇ ਉਹ ਆਖਰੀ ਵਰ੍ਹੇ ਦੇ ਵਿੱਚ ਜਿਹੜੇ ਆ ਉਹ ਫਿਰ ਉਹ ਜਿਹੜੀ ਉਹਦੀ ਤਰੱਕੀ ਕਰ ਦਿੰਦੇ ਆ ਵੀ ਚਲ ਜਾਂਦੇ ਦਾ ਇਹਦਾ ਜਿਹੜਾ ਸਟਾਰ ਜਿਹੜਾ ਹੈ ਨਾ ਉਹ ਲੱਗ ਜਾਊਗਾ। ਸਟਾਰ ਲਾਉਣ ਵਾਲੀ ਗੱਲ ਨਹੀਂ ਹੋ ਸਕਦੀ ਆ, ਹੋਰ ਤਾਂ ਸਰਕਾਰ ਦੇਖੇਗੀ ਵੀ ਹਾਂ ਇਹਨਾਂ ਨੂੰ ਲਾਇਆ ਜਾਵੇ। ਠੀਕ ਹੈ ਜੀ, ਕਿਸੇ ਨੂੰ ਚੀਫ ਜਸਟਿਸ ਦਾ ਸਟਾਰ ਤੇ ਲੱਗ ਜੂਗਾ, ਪਰ ਲੋਕਾਂ ਨੂੰ ਉਹਦਾ ਲਾਭ ਹੋਣਾ ਚਾਹੀਦਾ। ਸੋਚਣਾ ਤੇ ਇਸ ਗੱਲ ਤੋਂ ਚਾਹੀਦਾ ਨਾ ਜੀ ਕਿ ਲੋਕਾਂ ਨੂੰ ਉਹਦਾ ਕੀ ਜਿਹੜਾ ਉਹ ਲਾਭ ਹੋਊਗਾ। ਅੱਛਾ, ਹੁਣ ਸਮਾਂ ਤੇ ਆਪਣਾ ਹੋ ਗਿਆ ਵੈਸੇ, ਤੇ ਖਬਰ ਇੱਕ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਨੀ ਚਾਹੁੰਦਾ ਹਾਂ। ਜਿਹੜਾ ਬਰਖਾਸਤ ਮੰਤਰੀ ਆ ਉਹ ਸੈਕਟਰੀਏਟ ਦੇ ਵਿੱਚ ਜਾ ਕੇ ਮੀਟਿੰਗਾਂ ਲੈ ਰਿਹਾ, ਇਹ ਕੀ ਗੱਲ? ਪਹਿਲਾਂ ਤੇ ਬੜੀ ਸੁਣਦੇ ਸੀ ਇੱਦਾਂ, ਬਾਅਦ 'ਚ ਚੁੱਪਚਾਪ ਹੋ ਗਈ ਤੇ ਪਾਰਟੀ ਨੇ ਉਹਨੂੰ ਕੱਢਿਆ ਵੀ ਨਹੀਂ ਤੇ ਨਾ ਹੀ। ਤੇ ਮੈਨੂੰ ਲੱਗਦਾ ਦਿੱਲੀ ਵਾਲਿਆਂ ਦਾ ਇੱਕ ਇਸ਼ਾਰਾ ਹੋ ਗਿਆ ਲੱਗਦਾ ਫਿਰ ਇਸ ਗੱਲ ਤੇ। ਜਦੋਂ ਉਹਨੂੰ ਜ਼ਮਾਨਤ ਮਿਲੀ ਨਾ ਉਦੋਂ ਹੀ ਮੈਂ ਸਮਝ ਰਿਹਾ ਸੀ, ਮੈਂ ਕਹਿ ਰਿਹਾ ਸੀ ਦੋ ਤਰੀਕਾਂ ਦੇ ਉੱਤੇ ਪੰਜਾਬ ਗੌਰਮੈਂਟ ਦੇ ਵਕੀਲ ਨੇ, ਐਡਵੋਕੇਟ ਜਨਰਲ ਨੇ ਜਾਂ ਉਹਦੀ ਲੀਗਲ ਟੀਮ ਨੇ ਕਿਸੇ ਕਿਸਮ ਦਾ ਇਤਰਾਜ਼ ਨਹੀਂ ਕੀਤਾ ਉਹਦੀ ਜ਼ਮਾਨਤ ਤੇ ਅਦਾਲਤ ਨੇ ਸਾਫ਼ ਤੌਰ ਤੇ ਕਿਹਾ ਵੀ ਐਵੀਡੈਂਸ ਕਿੱਥੇ ਆ ਭਾਈ, ਨਾ ਤਾਂ ਇਹਦੀ ਕਮਿਸ਼ਨ ਮੰਗਣ ਦਾ ਕੋਈ, ਜਿਹੜਾ ਤੁਸੀਂ ਕਹਿੰਦੇ ਹੋ ਵੀ 1% ਕਮਿਸ਼ਨ ਮੰਗਿਆ,
ਉਹ ਤੁਹਾਡੇ ਕੋਲ ਕਿਸੇ ਕਿਸਮ ਦਾ ਐਵੀਡੈਂਸ ਹੈ। ਨਾ ਹੀ ਇਹ ਸਿੱਧੇ ਤੌਰ ਤੇ ਪੈਸੇ ਲੈਂਦਾ ਬੰਦਾ ਫੜਿਆ ਗਿਆ। ਤੁਸੀਂ ਕਰੋ, ਪੇਸ਼ ਕਰੋ, ਸਬੂਤ ਦਿਓ ਕਿ ਸਰਕਾਰ ਤੋਂ ਜਦੋਂ ਉਹਨੂੰ ਜ਼ਮਾਨਤ ਮਿਲ ਕੇ ਉਦੋਂ ਪਤਾ ਲੱਗ ਗਿਆ ਵੀ ਖੇਡ ਕੋਈ ਹੋਰ ਖੇਡੀ ਜਾਣੀ ਹੈ। ਹੁਣ ਸੈਕਟਰੀਏਟ ਦੇ ਵਿੱਚ ਜਿਹੜੀ ਮੀਟਿੰਗ 'ਚ ਉਹਨੇ ਹਿੱਸਾ ਲਿਆ, ਉਹਦੀ ਤਸਵੀਰ ਵੀ ਆਪ ਹੀ ਸ਼ੇਅਰ ਕੀਤੀ ਹੈ ਸੋਸ਼ਲ ਮੀਡੀਆ 'ਤੇ, ਜਿਹ 'ਚੋਂ ਬੈਠਾ ਦਿਖਾਈ ਦੇ ਰਿਹਾ ਵਿਜੇ ਸਿੰਘ ਦਾ। ਜੋ ਜਿਹੜੀ ਮੀਟਿੰਗ ਹੈ ਉਹ ਗਰੰਟੀ ਕਮੇਟੀ ਇੱਕ ਬਣੀ ਹੋਈ ਹੈ, ਜਿਹੜੀਆਂ ਗਰੰਟੀਆਂ ਆਮ ਆਦਮੀ ਪਾਰਟੀ ਨੇ ਦਿੱਤੀਆਂ। ਜੇ ਗਰੰਟੀਆਂ ਜਿਹੜੀਆਂ ਆਮ ਆਦਮੀ ਪਾਰਟੀ ਨੇ ਦਿੱਤੀਆਂ ਉਹਦੀ ਇੱਕ ਕਮੇਟੀ ਬਣੀ ਹੋਈ ਹੈ, ਗਰੰਟੀ ਕਮੇਟੀ, ਉਹਦੇ 'ਚ ਉਹਨੇ ਸ਼ਾਮਲ ਹੋਣਾ ਹੈ। ਤੇ ਫਿਰ ਤੁਸੀਂ ਅੰਦਾਜ਼ਾ ਕਰ ਸਕਦੇ ਹੋ ਕਿ ਸਰਕਾਰ ਦੀ ਕਹਿਣੀ ਤੇ ਕਰਨੀ 'ਚ ਕਿੰਨਾ ਫਰਕ ਹੈ। ਕਿਹੜੇ ਮਕਸਦ ਦੇ ਨਾਲ ਜਾਂ ਕਿਹੜਾ ਕੋਈ ਨਿਸ਼ਾਨਾ ਸੀ ਜਦੋਂ ਉਹਨੂੰ ਬਰਖਾਸਤ ਕੀਤਾ ਗਿਆ? ਕਿ ਸੰਗਰੂਰ ਦੀ ਲੋਕ ਸਭਾ ਚੋਣ 'ਚ ਬੱਲੇ ਬੱਲੇ ਕੱਟਣੀ ਸੀ, ਜਾਂ ਸੰਗਰੂਰ ਦੀ ਚੋਣ ਹੈ ਤੇ ਹਾਲਾਤ ਜਿਹੜੇ ਆ ਕੋਈ ਬਦਲਦੇ ਦਿਖਾਈ ਦੇ ਰਹੇ ਸੀ, ਬੱਲੇ ਬੱਲੇ ਕੱਟ ਰਹੀ ਹੈ, ਅਸੀਂ ਤਾਂ ਆਪਣੇ ਬੰਦੇ ਨਹੀਂ ਛੱਡਦੇ। ਤੇ ਇਹ ਲੱਗਦਾ ਵੀ ਉਹ ਕਿਤੇ ਨਾ ਕਿਤੇ ਜਦੋਂ ਜ਼ਮਾਨਤ ਤੇ ਵੀ ਆਇਆ ਉਦੋਂ ਵੀ ਉਹਨੇ ਬਕਾਇਦਾ ਆਪਣੀ ਪਾਰਟੀ ਵਰਕਰਾਂ ਦੀ ਮੀਟਿੰਗ ਲਈ, ਉਹਨੇ ਆਪਣੇ ਹਲਕੇ ਦੇ ਮਾਨਸੇ ਦੇ ਵਿੱਚ ਇਹ ਗੱਲ ਕਹੀ ਕਿ ਮੈਂ ਆਮ ਆਦਮੀ ਪਾਰਟੀ ਦਾ ਸਿਪਾਹੀ ਹਾਂ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਰਖਾਸਤ ਕੀਤਾ ਹੋਵੇ, ਗ੍ਰਿਫਤਾਰ ਕਰਵਾਇਆ ਹੋਵੇ, ਫਿਰ ਵੀ ਕਦੇ ਮੈਂ ਆਮ ਆਦਮੀ ਪਾਰਟੀ ਦਾ ਸਿਪਾਹੀ, ਮੇਰਾ ਮਤਲਬ ਉਹਦਾ ਇਸ਼ਾਰਾ ਸੀ ਕੋਈ। ਹੁਣ ਵੀ ਜਿਸ ਤਰ੍ਹਾਂ ਉਹ ਮੀਟਿੰਗ ਦੇ ਸ਼ਾਮਲ ਹੋਏ ਤੇ ਸਰਕਾਰ ਵੱਲੋਂ ਜਾਂ ਕੋਈ ਪਾਰਟੀ ਵੱਲੋਂ ਕੋਈ ਪ੍ਰਤੀਕਰਮ ਨਹੀਂ ਹੈਗਾ, ਤੇ ਜਿਹੜੀਆਂ ਵਿਰੋਧੀ ਧਿਰਾਂ ਉਹਨਾਂ ਨੂੰ ਮੌਕਾ ਤਾਂ ਮਿਲਣਾ ਹੀ ਹੈ ਆਲੋਚਨਾ ਦਾ। ਮੈਨੂੰ ਲੱਗਦਾ ਕਿ ਇਹ ਦੋਹਰਾ ਕਿਰਦਾਰ ਜਿਹੜਾ ਸਾਫ਼ ਤੌਰ ਤੇ ਆਮ ਆਦਮੀ ਪਾਰਟੀ ਦਾ ਦਿਖਾਈ ਦੇ ਰਿਹਾ। ਦਸਾਂਝ ਸਾਹਿਬ, ਇੱਕ ਪਾਸੇ ਬੜੇ ਹੈਲਥ ਸਿਸਟਮ ਸੁਧਾਰਨ ਦੇ ਨਾਅਰੇ ਨਾਲ ਸਰਕਾਰ ਆਈ, ਐਜੂਕੇਸ਼ਨ ਤੇ ਹੈਲਥ। ਦੂਜੇ ਪਾਸੇ ਉਹ ਘਟਨਾ ਤੋਂ ਬਾਅਦ ਜਿਹੜੇ ਮੈਡੀਕਲ ਸਟਾਫ ਆ ਉਹ ਕਾਫੀ ਨਾਰਾਜ਼ ਲੱਗਦਾ। ਕਈ ਡਾਕਟਰ ਆਉਂਦੇ ਆ ਛੱਡਣ ਨੂੰ ਤਿਆਰ ਬੈਠੇ ਆ, 4 ਡਾਕਟਰਾਂ ਦੀ ਹੋਰ ਨਾਂ ਆ ਗਿਆ ਕਿ ਉਹ ਵੀ ਛੱਡ ਰਹੇ ਆ, ਤੇ ਡਾਕਟਰਾਂ ਦੀ ਅੱਗੇ ਹੀ ਘਾਟ ਆ। ਤੇ ਉੱਥੋਂ ਵਾਲਾ ਜਿਹੜਾ ਸਟਾਫ ਆ ਉਹ ਵੀ ਵੀਸੀ ਸਾਹਿਬ ਤੋਂ ਵਾਹਵਾ ਔਖਾ ਲੱਗਦਾ। ਮੈਂ ਕਈ ਵੀਡੀਓ ਵੇਖੀਆਂ, ਉਹ ਕਹਿੰਦੇ ਆ ਕਿ ਕੋਈ ਏਡਾ ਹਨੇਰ ਨਹੀਂ ਹੋ ਗਿਆ ਜੇ ਉਹਨੂੰ ਗੱਦੇ ਤੇ ਪਾਤਾ, ਉਹ ਬੰਦੇ ਨੇ ਸਾਨੂੰ ਕਈਆਂ ਨੂੰ ਗੱਦੇ ਤੇ ਪਾਇਆ, ਸਾਨੂੰ ਤਾਂ ਗੱਦੇ ਤੋਂ ਵੀ ਗਾਂ ਪੁੰਜੇ ਪਾਉਂਦਾ ਰਿਹਾ। ਤੇ ਐਡੀ ਉਹਦੇ ਨਾਲ ਹਮਦਰਦੀ ਵੀ ਨਾ ਜਤਾਓ, ਕੋਈ ਗੱਲ ਨਹੀਂ, ਜਿੱਦਾਂ ਦੀ ਰਾਏ ਵੰਡੀ ਆ ਲੋਕਾਂ ਦੀ। ਇੱਕ ਤੇ ਇਹ ਖਬਰ, ਤੇ ਇੱਕ ਤੁਸੀਂ ਖਬਰ ਭੇਜੀ ਆ ਕਿ 1400 ਕਰੋੜ ਦੀ 700 ਕਿਲੋ ਮਿਆਉ ਮਿਆਉ ਫੜੀ। ਮਿਆਉ ਮਿਆਉ ਕੀ ਹੁੰਦੀ ਹੈ ਜੀ? ਉਹ ਨਹੀਂ ਮੈਨੂੰ ਸਮਝ ਲੱਗੀ ਅਜੇ। ਇਹ ਇੱਕ ਮੈਡੀਕੇਟਡ ਜਿਹੜੀ ਨਸ਼ਾ ਹੈ ਮੁੰਬਈ ਦੇ ਵਿੱਚ, ਮਫ ਡ੍ਰੀਨ ਸ਼ਾਇਦ ਇਹਦਾ ਕੋਈ ਨਾਂ ਇੱਦਾਂ ਦਾ ਹੈ, ਮਫ ਡ੍ਰੀਨ, ਤੇ ਜਿਹਨੂੰ ਮਿਆਉ ਮਿਆਉ ਜਿਹੜਾ ਕਿਹਾ ਜਾ ਰਿਹਾ। ਨਵੇਂ ਆਉਂਦੇ ਆ, ਇੱਕ ਆਈਸ ਨਾਂ ਦਾ ਇੱਕ ਡਰੱਗ ਆਈ ਸੀ ਪਿੱਛੇ ਜਿਹੇ, ਮਤਲਬ ਉਹਦੇ ਰੂਪ ਬਦਲੇ ਹੋਏ ਆ ਥੋੜੇ ਬਹੁਤ, ਤੇ ਕਾਫੀ ਮਤਲਬ ਮਹਿੰਗੀ ਹੈ ਇਹ, ਤੇ ਉਹ ਫੜੀ ਗਈ ਹੈ ਉੱਥੋਂ। ਮਿਆਉ ਮਿਆਉ ਕਿਹਾ ਜਾਂਦਾ ਹੈ, ਕਾਫੀ ਖਤਰਨਾਕ ਹੈ। ਤੇ ਜਿੱਥੋਂ ਤੱਕ ਜਿਹੜਾ ਡਾਕਟਰਾਂ ਦਾ ਮਾਮਲਾ, ਤੇ ਦੇਖੋ 4 ਮਹੀਨਿਆਂ ਦੇ ਵਿੱਚ 50 ਸਰਕਾਰੀ ਡਾਕਟਰ ਰਿਜ਼ਾਈਨ ਕਰ ਚੁੱਕੇ ਆ, ਜਿਹੜੀ ਸਾਡੇ ਕੋਲ ਜਾਣਕਾਰੀ ਹੈ। ਤੇ ਹੋਰ ਵੀ ਏਦਾਂ ਦੇ ਵੱਖ-ਵੱਖ ਮਹਿਕਮੇ ਦੇ ਵਿੱਚੋਂ ਵੀ ਆ ਰਿਹਾ, ਸਮੁੰਦਰ ਦੀਆਂ ਖਬਰਾਂ ਆ ਰਹੀਆਂ ਵੀ ਕੁਝ ਲੋਕ ਜਿਹੜੇ ਆ ਉਹ ਨੌਕਰੀ ਕਰਨਾ ਨਹੀਂ ਚਾਹੁੰਦੇ। ਇਹਦੇ 2 ਹੀ ਪੱਖ ਹੈ। ਇੱਕ ਪੱਖ ਤਾਂ ਇਹ ਹੈ ਵੀ ਕੁਝ ਲੋਕਾਂ ਨੂੰ ਤਾਂ ਇਹ ਲੱਗਦਾ ਵੀ ਸਾਡੇ ਤੋਂ ਉਹ ਕੰਮ ਹੋਣਾ ਨਹੀਂ, ਜਿਹੜਾ ਕੰਮ ਅਸੀਂ ਕਰਦੇ ਰਹੇ ਹਾਂ। ਸਰਕਾਰ ਜਿਹੜੀ ਹੈ ਭਾਵੇਂ ਜਿੰਨੀ ਵੀ ਹੈ, ਤੇ ਇਹ ਕਰਪਸ਼ਨ ਦੇ ਖਿਲਾਫ ਇਹਨਾਂ ਨੇ ਇੱਕ ਕੰਪੇਨ ਸ਼ੁਰੂ ਕੀਤੀ ਹੈ, ਤੇ ਅਸੀਂ ਸ਼ਾਇਦ ਉਸ ਸਿਸਟਮ ਦੇ ਵਿੱਚ ਜਿਹ ਅਸੀਂ ਕਰਦੇ ਰਹੇ ਹਾਂ ਉਹਨੂੰ ਅਸੀਂ ਸ਼ਾਇਦ ਅੱਗੇ ਨਹੀਂ ਤੋੜ ਸਕਾਂਗੇ। ਵੀ ਇਸ ਤੋਂ ਪਹਿਲਾਂ ਵੀ ਕੋਈ ਸਾਡੇ ਤੇ ਇਲਜ਼ਾਮ ਲੱਗੇ ਜਾਂ ਕੋਈ ਹੋਰ ਗੱਲ ਹੋਵੇ, ਤੇ ਇਸ ਤੋਂ ਚੰਗਾ ਵੀ ਚੱਲੀਏ, ਛੁੱਟੀ ਲਈਏ। ਤੇ ਕੁਝ ਤਾਂ ਇੱਦਾਂ ਦੇ ਲੋਕ ਵੀ ਹੋ ਸਕਦੇ ਆ, ਕੁਝ ਜਿਹੜੇ ਉੱਦਾਂ ਵੀ ਨਿਰਾਸ਼ ਹੋ ਸਕਦੇ ਆ ਵੀ ਸਹੀ ਢੰਗ ਦੇ ਨਾਲ ਸਾਡਾ ਪਲੇਅ ਹੋ ਗਿਆ। ਦੋਨੋਂ ਪੱਖ ਇਹਦੇ 'ਚ ਹੈਗੇ ਆ। ਬਾਕੀ ਉੱਥੇ ਦੋਨੋਂ ਪਾਸੇ ਚੱਲਦੇ ਹੁੰਦੇ ਆ, ਕੋਈ ਹੱਕ 'ਚ ਕੋਈ ਵਿਰੋਧ ਦੇ ਵਿੱਚ। ਰਾਜ ਬਹਾਦਰ ਦਾ ਜਿਹੜਾ ਤੁਸੀਂ ਜ਼ਿਕਰ ਕੀਤਾ, ਸਾਰੇ ਇੱਕ ਕਿਸੇ ਨੇ ਮਖੌਲ ਦੇ ਨਾਲ ਵੀ ਗੱਲ ਪਾਈ, ਗੱਲ ਸੋਸ਼ਲ ਮੀਡੀਆ ਤੇ ਸਾਰੇ ਗੱਲ ਕਰਦੇ ਆ ਵੀ ਮੰਤਰੀ ਬਦਲ ਦਿਓ, ਸਾਰੇ ਗੱਲ ਕਰਦੇ ਆ ਜੀ VC ਬਦਲ ਦਿਓ, ਪਰ ਜਿਹੜੇ ਗੱਦੇ ਤੇ ਪਾਇਆ ਗਿਆ ਉਹਨਾਂ ਗੱਦਿਆਂ ਨੂੰ ਕਿਵੇਂ ਬਦਲਣਾ, ਇਹਦੀ ਕੋਈ ਕਦਰ ਨਹੀਂ ਕਰਦਾ। ਮਤਲਬ ਇੱਕ ਇਸ਼ਾਰੇ ਦੇ ਤੌਰ ਤੇ ਬਹੁਤ ਵਧੀਆ ਗੱਲ ਕੀਤੀ ਕਿਸੇ ਨੇ, ਬਹੁਤ ਵਧੀਆ ਗੱਲ ਕੀਤੀ। VC ਬਦਲਿਆ ਹੱਲ ਨਹੀਂ, ਨਾ ਮੰਤਰੀ ਬਦਲਿਆ ਹੱਲ ਆ, ਗੱਦੇ ਤੇ ਬਦਲਣੇ ਪੈਣੇ ਆ। ਅੱਛਾ, ਇੱਕ ਬਿਮਾਰੀ ਪਸ਼ੂਆਂ ਦੀ ਬੜੀ ਭੈੜੀ ਕਹਿੰਦੇ ਜੀ, ਕੋਈ ਕੀ ਨਾਂ ਉਹਦਾ, ਲੰਪੀ ਰੋਗ। ਕਾਫੀ ਪਸ਼ੂ ਇਹਦੇ ਨਾਲ ਮਰ ਰਹੇ ਪੰਜਾਬ ਦੇ। 126 ਪਸ਼ੂ ਜਿਹੜੇ ਆ ਦੁਧਾਰੂ ਵਗੈਰਾ, ਉਹ ਬੁੱਧਵਾਰ ਸ਼ਾਮ ਤੱਕ ਉਸ ਬਿਮਾਰੀ ਨਾਲ ਮਰਿਆ। ਕਿਹੜੀ ਬਿਮਾਰੀਆਂ ਦੇ ਸਾਊਥ ਵੱਲੋਂ ਆਈ ਕਿਤੋਂ? ਉਹਦੀ ਡੁੱਬੇ ਦੇ ਆਵਾਜ਼ ਥੋੜੇ ਬਹੁਤ ਆਉਂਦੇ ਰਹਿੰਦੇ ਆ ਕਈ ਵਾਰ, ਤੇ ਉਹ ਟੂਨੇਬਲ ਹੈ, ਕੋਈ ਐਡੀ ਗੱਲ ਨਹੀਂ ਆ। ਤੇ ਜ਼ਰੂਰ ਸਾਡਾ ਵੈਟਰਨਰੀ ਡਿਪਾਰਟਮੈਂਟ ਜਾਂ ਦੇਖੇਗਾ ਇਹ ਸਾਰੇ ਮਸਲੇ ਨੂੰ ਕਿ ਕਿਵੇਂ ਇਹਨੂੰ ਕੰਟਰੋਲ ਕਰਨਾ ਹੈ। ਕਈ ਵਾਰ ਹੁੰਦਾ ਹੈ, ਕਈ ਵਾਰ ਰੂਟੀਨ ਦੇ ਵਿੱਚ ਕੁਝ ਇੱਦਾਂ ਦੇ ਵਾਇਰਸ ਹੁੰਦੇ ਆ ਜਿਹੜੇ ਮੌਸਮੀ ਵੀ ਹੁੰਦੇ ਕਈ ਵਾਰ,
ਮੌਸਮ ਬਦਲ ਦੇ ਨਾਲ ਕਈ ਵਾਰੀ ਰੂਟੀਨ ਚ ਏਦਾਂ ਦਾ ਹਵਾ ਦੇ ਵਿੱਚ ਵਾਇਰਸ ਆ ਜਾਂਦਾ, ਜਿਹਦੇ ਕਰਕੇ ਕੁਝ ਨੁਕਸਾਨ ਹੋ ਜਾਂਦਾ ਹੈ। ਪਰ ਇਹਦੀਆਂ ਡਿਟੇਲਸ ਮੇਰੇ ਕੋਲ ਨਹੀਂ ਆ ਜਿਹਦੇ ਹਵਾਲੇ ਨਾਲ ਮੈਂ ਬਹੁਤ ਗੱਲ ਕਰ ਸਕਦਾ। ਬਹੁਤ ਬਹੁਤ ਸ਼ੁਕਰੀਆ ਜੀ, ਸਮਾਂ ਸਾਡਾ ਓਵਰ ਹੋ ਗਿਆ। ਤੇ ਕੱਲ ਦੇ ਪ੍ਰੋਗਰਾਮ 'ਚ ਮੈਂ ਗੱਲ ਇੱਕ ਕਰਨੀ ਭੁੱਲ ਗਿਆ, ਜਿਹੜੀ ਜ਼ਰੂਰੀ ਵੀ ਸੀ। ਉਹ ਰਾਜੇਵਾਲ ਰਾਣੇ ਤੇ ਕੁਝ ਲੋਕ ਹੋਰ ਜਥੇਬੰਦੀਆਂ ਨੇ ਮਿਲ ਕੇ ਕੋਈ ਕਾਲ ਦਿੱਤੀ ਆ, ਉਹਦੀ ਮੇਰੇ ਕੋਲ ਵੀ ਦੋਸਤਾਂ ਨੇ ਭੇਜੀ ਆ ਇਨਫੋਰਮੇਸ਼ਨ ਕਿ ਬੜੀ ਮੈਸਿਵ ਰੈਲੀ ਹੋਣੀ ਆ, ਉਹਦੇ ਲਈ ਤੁਸੀਂ ਵੀ ਉੱਥੇ ਪਹੁੰਚ ਸਕਦੇ ਹੋ। ਸੋ ਉਹਦੇ ਉੱਤੇ ਗੱਲ ਆਪਾਂ ਕੱਲ ਕਰਾਂਗੇ ਕਿ ਕਿਸ ਤਰ੍ਹਾਂ ਦੀ ਗੱਲਬਾਤ ਚੱਲ ਰਹੀ ਹੈ। ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਧੰਨਵਾਦ ਜੀ। ਇਹ ਹੈ ਟੀਵੀ ਪੰਜਾਬੀ ਦੁਨੀਆ, ਆਪਣੀ ਬੋਲੀ ਆਪਣਾ ਮਾਣ।